आ गए हैं, भावें वो जेपी नड्डा होए या होर आगू होने, सारे इस तरीके नाल बयानबाजी कर रहे। ਤੁਹਾਨੂੰ ਕੀ ਲੱਗ ਰਿਹਾ ਕਿਸ ਪਾਸੇ ਜਾ ਰਿਹਾ ਪੂਰਾ ਤੁਹਾਡਾ ਸੰਘਰਸ਼? ਕੀ ਅਸਲ ਰਾਹ ਜਿਹੜੇ ਰਾਹ ਤੇ ਸੀਗਾ ਉਸ ਰਾਹ ਤੇ ਹੱਲੇ ਵੀ ਹੈਗਾ ਜਾਂ ਕਿ ਇਸ ਨੂੰ ਜਿਹੜਾ ਕਿਸੇ ਹੋਰ ਰਾਹ ਤੇ ਪਾਇਆ ਜਾ ਰਿਹਾ? ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਸਾਰਿਆਂ ਨੂੰ ਆਵਾਜ਼ Is it off? Okay. No, it's off. ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਸੀਂ ਬੜਾ ਵਧੀਆ ਸਵਾਲ ਪੁੱਛਿਆ ਵੀ ਕਿਸ ਤਰਫ ਮੋਰਚਾ ਜਾ ਰਿਹਾ। ਦੇਖੋ, ਜਦੋਂ ਅਸੀਂ ਐਜੀਟੇਸ਼ਨ ਸਟਾਰਟ ਕੀਤੀ ਸੀ, ਫਾਰਮਰਸ ਕਿਸਾਨਾਂ ਦਾ ਇਹ ਸੰਘਰਸ਼ ਸ਼ੁਰੂ ਕੀਤਾ ਸੀ ਜਾਂ ਇਹਦਾ ਪਾਰਟ ਬਣੇ ਸੀ, ਉਦੋਂ ਤੋਂ ਹੁਣ ਤੱਕ ਅਸੀਂ ਇਵੋਲਵ ਹੋ ਚੁੱਕੇ ਹਾਂ। ਕਾਫੀ ਮੂਵਮੈਂਟ ਵੀ ਇਵੋਲਵ ਹੋ ਗਈ, ਐਜੀਟੇਸ਼ਨ ਵੀ ਇਵੋਲਵ ਹੋ ਗਈ, ਅਸੀਂ ਵੀ ਇਵੋਲਵ ਹੋ ਗਏ। ਸਮੇਂ-ਸਮੇਂ 'ਤੇ ਸਾਨੂੰ ਗੱਲਾਂ ਸਮਝ ਆ ਰਹੀਆਂ, ਸਮੇਂ-ਸਮੇਂ 'ਤੇ ਸਾਡੀਆਂ ਰਣਨੀਤੀਆਂ ਵੀ ਬਦਲ ਰਹੀਆਂ। ਵੇਰੀਏਬਲਸ ਬਹੁਤ ਹੁੰਦੇ ਆ ਸੰਘਰਸ਼ 'ਚ, ਉਹਨਾਂ ਵੇਰੀਏਬਲਸ ਦੇ ਅਕੋਰਡਿੰਗਲੀ ਤੁਹਾਡੀ ਆਪਦੀ ਸਮਝ ਵੀ ਵੱਡੀ ਹੁੰਦੀ ਆ ਅਤੇ ਤੁਹਾਡੀ ਰਣਨੀਤੀ ਵੀ ਬਦਲਦੀ ਆ। ਸਰਕਾਰ ਨੇ 2 ਚਿੱਠੀਆਂ ਭੇਜੀਆਂ, ਪਹਿਲਾਂ ਕਿਸਾਨਾਂ ਨੂੰ ਬੁਲਾਇਆ, ਜਦੋਂ ਗੱਲ ਨਹੀਂ ਬਣੀ ਹੁਣ ਉਹਨਾਂ ਦੀ ਮਾਨਸਿਕਤਾ ਦੇਖੋ ਤੁਸੀਂ। ਹੁਣ ਉਹ ਬਿਆਨਬਾਜ਼ੀ ਦੇਣ ਲੱਗ ਗਏ ਵੀ ਇਹ ਵਿਚੋਲੇ ਆ, ਇਹ ਕਿਸਾਨ ਨਹੀਂ ਆ। ਅਤੇ ਜਦੋਂ ਤੁਸੀਂ 2 ਚਿੱਠੀਆਂ ਭੇਜੀਆਂ ਸੀ ਉਦੋਂ ਤੁਹਾਨੂੰ ਇਹ ਗੱਲ ਸਮਝ ਨਹੀਂ ਆਈ ਵੀ ਇਹ ਵਿਚੋਲੇ ਆ। ਸੋ ਸਰਕਾਰਾਂ ਦੀ ਮਾਨਸਿਕਤਾ ਜਾਂ ਬੀਜੇਪੀ ਦੀ ਲੀਡਰਸ਼ਿਪ ਦੀ ਮਾਨਸਿਕਤਾ ਇਸ ਗੱਲ ਤੋਂ ਸਮਝ ਆ ਜਾਂਦੀ ਹੈ ਸਾਨੂੰ। ਅਗਲੀ ਗੱਲ ਜਦੋਂ ਉਹਨਾਂ ਨੇ ਬਿਹਾਰ 'ਚ ਜਾ ਕੇ ਗੱਲ ਕੀਤੀ ਵੀ ਅਸੀਂ ਜੋ ਗੱਲ ਕਰ ਰਹੇ ਹਾਂ, ਜੋ ਲਾਅ ਜਾਂ ਨਵਾਂ ਲੈਜਿਸਲੇਸ਼ਨ ਲੈ ਕੇ ਆ ਰਹੇ ਹਾਂ, ਉਹ ਦੇਸ਼ ਹਿੱਤ 'ਚ ਆ। ਤਾਂ ਦੇਸ਼ ਦੇ ਹਿੱਤ 'ਚ ਕੋਈ ਵੀ ਗੱਲ ਨਿਰਧਾਰਿਤ ਕੀਤੀ ਹੋਈ ਉਹਦੇ ਤੋਂ ਅਸੀਂ ਪਿੱਛੇ ਨਹੀਂ ਹਟਾਂਗੇ। ਹੁਣ ਦੇਖੋ, ਕਸ਼ਮੀਰ 'ਚ ਉਹਨਾਂ ਨੇ ਗੱਲ ਕੀਤੀ 370 ਦੀ, ਸਾਰਾ ਕਸ਼ਮੀਰ ਉਲਟਾ। ਦੇਸ਼ ਉਸ ਟੈਰੀਟੋਰੀਅਲ ਸਪੇਸ ਨੂੰ ਦੇਸ਼ ਸਮਝ ਰਹੇ ਆ ਵੀ ਸਿਰਫ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਜਿਹੜਾ ਇਹ ਖਿੱਤਾ ਇਹਨੂੰ ਦੇਸ਼ ਆ, ਕਿ ਦੇਸ਼ ਲੋਕ ਹੁੰਦੇ ਆ। ਜਦੋਂ ਅੱਜ ਪੰਜਾਬ ਦੇ ਲੋਕ ਕਿਸਾਨ ਸੜਕਾਂ 'ਤੇ ਆ, ਧਰਨਿਆਂ 'ਚ ਬੈਠੇ ਆ, ਮੋਰਚਿਆਂ 'ਚ ਬੈਠੇ ਆ, ਔਰ ਲੋਕਤੰਤਰ ਦਾ ਮੁੱਢਲਾ ਇਹ ਭਾਵਨਾ ਜਾਂ ਮੁੱਢਲਾ ਅਸੂਲ ਆ ਵੀ ਇਹ ਲੋਕਾਂ ਦੀ ਗਵਰਨਮੈਂਟ ਹੁੰਦੀ ਆ। ਜੇ ਲੋਕ ਸੜਕਾਂ 'ਤੇ ਬੈਠੇ ਆ, ਘਰਾਂ ਤੋਂ ਬਾਹਰ ਬੈਠੇ ਆ, ਨਵੀਂ ਲੈਜਿਸਲੇਸ਼ਨ ਦੇ ਉਲਟ ਉਹ ਮੁਜ਼ਾਹਰੇ ਕਰ ਰਹੇ ਆ, ਉਹਦੇ ਲਈ ਧਰਨੇ ਮੋਰਚੇ ਲਾ ਰਹੇ ਆ, ਵੱਡਾ ਵਿਦਰੋਹ ਹੋ ਰਿਹਾ, ਵਿਰੋਧ ਹੋ ਰਿਹਾ, ਤਾਂ ਸਰਕਾਰ ਦਾ ਫਰਜ਼ ਬਣਦਾ ਵੀ ਲੋਕਾਂ ਦੇ ਆਗੂਆਂ ਨਾਲ ਗੱਲ ਕਰੇ, ਪਰ ਉਹ ਗੱਲ ਨਹੀਂ ਕੀਤੀ ਜਾ ਰਹੀ। ਸੋ ਜਦੋਂ ਅਸੀਂ ਐਜੀਟੇਸ਼ਨ 'ਚ ਹੁਣ ਵਿਚਰ ਰਹੇ ਹਾਂ ਤੇ ਸਾਨੂੰ ਐਜੀਟੇਸ਼ਨ ਦਾ ਇੱਕ ਪੱਖ ਜਿਹੜਾ ਪਤਾ ਲੱਗਿਆ ਵੀ ਇਹਦੀ ਜੜ ਕਿੱਥੇ ਪਈ ਆ। ਗੱਲ ਇੱਥੇ ਆ ਕੇ ਇਸ ਕਰਕੇ ਤੁਹਾਡੇ ਸਾਹਮਣੇ ਬੈਠੇ ਆ, ਇਸ ਕਰਕੇ ਮੀਡੀਆ ਦੇ ਸਾਹਮਣੇ ਆ ਕੇ, ਕਿਉਂਕਿ ਨੈਸ਼ਨਲ ਮੀਡੀਆ ਤਾਂ ਇਸ ਗੱਲ ਨੂੰ ਦਿਖਾ ਨਹੀਂ ਰਿਹਾ, ਤਾਂ ਤੁਸੀਂ ਵੀ ਅੱਗੇ ਲੈ ਕੇ ਜਾਣੀ ਆ ਇਹ ਗੱਲ। ਜੜ ਪਈ ਆ ਸੈਂਟਰਲਾਈਜੇਸ਼ਨ ਆਫ ਪਾਵਰਸ 'ਚ, ਜਿਹੜੀ ਸਮੇਂ-ਸਮੇਂ ਤੋਂ ਇਹਨਾਂ ਨੇ ਤਰਮੀਮਾਂ ਕਰਕੇ ਜਾਂ ਸਮੇਂ-ਸਮੇਂ ਤੋਂ ਸੰਵਿਧਾਨ 'ਚ ਅਮੈਂਡਮੈਂਟਸ ਕਰਕੇ ਜਿਹੜੀ ਪਾਵਰ ਨੂੰ ਸੈਂਟਰਲਾਈਜ਼ ਕਰ ਲਿਆ ਨਾ, ਔਰ ਸੈਂਟਰਲਾਈਜ਼ ਕਰਨ ਤੋਂ ਬਾਅਦ ਉਹਨੂੰ ਪਰਸਨਲਾਈਜ਼ ਕਰ ਲਿਆ। ਅੱਜ ਦੇਖ ਲਓ, ਇੰਡੀਆ ਦੀ ਕੋਈ ਵੀ ਪਾਲਿਸੀ ਘੜਨੀ ਹੋਵੇ ਉਹਨੂੰ ਸਿਰਫ PMO ਹੀ ਘੜ ਸਕਦਾ, ਬਾਕੀ ਜਿਹੜੇ ਉੱਥੇ ਮੰਤਰੀ ਬੈਠੇ ਵੀ ਆ ਉਹ ਸਿਰਫ ਮੋਹਰਾਂ ਲਾਉਂਦੇ ਆ। ਸੋ ਸੈਂਟਰਲਾਈਜੇਸ਼ਨ ਆਫ ਪਾਵਰ ਤੋਂ ਬਾਅਦ ਜਦੋਂ ਪਰਸਨਲਾਈਜ਼ ਹੋ ਜਾਂਦੀ ਆ ਪਾਵਰ, ਉਹ ਲਿਟਰਲੀ ਡਿਕਟੇਟਰ ਦੀ ਤਰ੍ਹਾਂ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ। ਤਾਂ ਹੀ ਤਾਂ ਇਹੋ ਜਿਹੀ ਸਟੇਟਮੈਂਟਸ ਦਿੰਦੇ ਆ ਨਾ ਵੀ ਅਸੀਂ ਨਹੀਂ ਚੇਂਜ ਕਰਾਂਗੇ, ਇਹ ਤਾਂ ਦੇਸ਼ ਹਿੱਤ ਆ। ਸੋ ਦੇਸ਼, ਤੁਸੀਂ ਇੱਕ ਟੈਰੀਟੋਰੀ ਨੂੰ ਦੇਸ਼ ਮੰਨੀ ਬੈਠੇ ਹੋ ਕਿ ਲੋਕਾਂ ਨੂੰ ਦੇਸ਼ ਮੰਨਿਓ, ਪਹਿਲਾਂ ਇਹ ਤਾਂ ਕਲੀਅਰ ਕਰੋ। ਸੋ ਐਡੀ ਹਉਮੈ, ਐਡੀ ਵੱਡੀ ਮੈਂ, ਤੁਸੀਂ ਇੱਕ ਪੂਰੇ, ਅਸੀਂ ਵੀ ਉਸ ਦੇਸ਼ ਦਾ ਹਿੱਸਾ ਨਾ, ਯੂਨੀਅਨ ਆਫ ਇੰਡੀਆ ਦਾ ਹਿੱਸਾ। ਇਹ ਯੂਨੀਅਨ ਆਫ ਇੰਡੀਆ ਦਾ ਇੱਕ ਹਿੱਸਾ ਪੰਜਾਬ, ਹਰਿਆਣਾ ਮੇਜਰ ਐਗਰੇਰੀਅਨ ਸਟੇਟਸ ਆ, ਉਹ ਇਹ ਕਹਿ ਰਹੀਆਂ ਵੀ ਅਸੀਂ ਇਸ ਨਿਊ ਲੈਜਿਸਲੇਸ਼ਨ ਤੋਂ ਖੁਸ਼ ਨਹੀਂ ਆ। ਉਹਨਾਂ ਦੇ ਚੁਣੇ ਹੋਏ ਨੁਮਾਇੰਦੇ ਇਹ ਗੱਲਾਂ ਕਹਿ ਰਹੇ ਆ, ਉਹਨਾਂ ਦੀ ਵੀ ਨਹੀਂ ਗੱਲ ਮੰਨੀ ਜਾ ਰਹੀ ਤੇ ਲੋਕਾਂ ਦੀ ਵੀ ਨਹੀਂ ਗੱਲ ਮੰਨੀ ਜਾ ਰਹੀ। ਫਿਰ ਡੈਮੋਕ੍ਰੇਸੀ ਨੂੰ ਕਿਤੇ ਨਾ ਕਿਤੇ ਰੀਡਿਫਾਈਨ ਕਰਾਂਗੇ ਨਾ ਅਸੀਂ, ਕਿਤੇ ਨਾ ਕਿਤੇ ਉਸ ਡੈਮੋਕ੍ਰੈਟਿਕ ਸਟਰਕਚਰ ਨੂੰ ਅਸੀਂ ਚੈਲੰਜ ਕਰਾਂਗੇ ਨਾ। ਸੋ ਫੈਡਰਲ ਢਾਂਚੇ ਦੀ ਜਿਵੇਂ ਸਾਨੂੰ ਪੜ੍ਹਾਇਆ ਜਾਂਦਾ ਨਾ ਵੀ ਫੈਡਰਲ ਗਵਰਨਮੈਂਟ ਆ ਜਾਂ ਫੈਡਰਲ ਢਾਂਚੇ 'ਚ ਅਸੀਂ ਜਾਂ ਡੈਮੋਕ੍ਰੇਸੀ 'ਚ ਅਸੀਂ ਜਿਉਂ ਰਹੇ ਹਾਂ ਜਾਂ ਕੋਈ ਸੈਕੂਲਰ ਸੁਸਾਇਟੀ ਜਾਂ ਇੱਕ ਸਮਾਜ ਸਿਰਜ ਰਹੇ ਹਾਂ, ਜਦੋਂ ਸਮਾਜਿਕ ਵਰਤਾਰਿਆਂ 'ਚ ਜਾਂ ਸੋਸ਼ਲ ਇਵੈਂਟਸ 'ਚ ਅੱਜ ਆ ਕੇ ਮੈਂ ਮੋਰਚੇ 'ਚ ਬੈਠਾ ਤਾਂ ਇਹਨਾਂ ਗੱਲਾਂ ਦਾ ਮਤਲਬ ਉੱਥੇ ਕੁਛ ਹੋਰ ਆ ਔਰ ਕਿਤਾਬਾਂ 'ਚ ਕੁਛ ਹੋਰ ਆ।
ਹੈ ਨਾ। ਸੋ ਇਸ ਗੱਲ ਨੂੰ ਜੇ ਅਸੀਂ ਚੈਲੰਜ ਨਹੀਂ ਕਰਾਂਗੇ, ਤੇ ਮੀਡੀਆ ਡੈਮੋਕ੍ਰੇਸੀ ਦਾ ਇੱਕ ਪਿੱਲਰ ਆ, ਜੇ ਅਸੀਂ ਰਲ ਮਿਲ ਕੇ ਨਹੀਂ ਚੈਲੰਜ ਕਰਾਂਗੇ ਤਾਂ ਫਿਰ ਕਿਤੇ ਨਾ ਕਿਤੇ ਅਸੀਂ ਵੀ ਧੋਖਾ ਕਰਨ ਲੱਗ ਜਾਾਂਗੇ, ਔਰ ਉਸ ਸਿਸਟਮ ਨੇ ਸਾਨੂੰ ਵੀ ਕਰਪਟ ਕਰ ਦੇਣਾ। ਅਸੀਂ ਕਰਪਟ ਨਹੀਂ ਹੋਣਾ। ਵੱਡੇ ਵਿਚੋਲੇ ਲੈ ਕੇ ਆਉਣਾ ਚਾਹੁੰਦੇ ਹੋ? ਜਿਹੜਾ ਪੱਛਮੀ ਯੂਪੀ ਹੈ ਹਾਂਜੀ ਤੇ ਐਮਐਸਪੀ ਜੋ ਮਿਲ ਰਹੀ ਹੈ ਕਿਸਾਨ ਨੂੰ, ਹਾਂਜੀ ਧਾਨ ਦੀ ਉਹ ਮਿਲ ਰਹੀ ਹੈ 1600 ਤੋਂ ਲੈ ਕੇ 1800 ਤੱਕ। ਹਾਂਜੀ ਚੈਨਲ ਤੇ ਦਿਖਾਇਆ ਤੇ ਪਿਛਲੇ ਸਾਲ ਸੀ 2300 ਤੋਂ 2400 ਤੱਕ। ਰਾਈਟ ਜੀ। ਤੇ ਇਹ ਡੇਟਾ ਹੈਗਾ, ਤੇ ਤੁਸੀਂ ਇਦਾਂ ਦਾ ਕੋਈ ਡੇਟਾ ਕਲੈਕਟ ਕਰਕੇ ਵੀ ਆਪਣੇ ਸੰਘਰਸ਼ ਨੂੰ ਅੱਗੇ ਲੈ ਜਾ ਰਹੇ ਹੋ? ਬਿਲਕੁਲ ਜੀ। ਡੇਟਾ ਮੈਂ ਤੁਹਾਨੂੰ ਆਲ ਇੰਡੀਆ ਦਾ ਡੇਟਾ ਦੱਸਦਾ। ਐਮਐਸਪੀ ਕਿਵੇਂ ਰੈਲੇਵੈਂਟ ਹੀ ਨਹੀਂ ਹੈ ਸਾਡੇ ਲਈ। ਸੋ ਹਾਂਜੀ, ਇੰਡੀਆ ਦੇ ਪੂਰੇ ਕਿਸਾਨ ਆ ਜਿਹੜੇ, ਉਹਨਾਂ 'ਚੋਂ ਸਿਰਫ 6% ਕਿਸਾਨ ਹੀ ਐਮਐਸਪੀ ਅਵੇਲ ਕਰ ਸਕਦੇ ਆ। 94% ਕਿਸਾਨ ਐਮਐਸਪੀ ਅਵੇਲ ਹੀ ਨਹੀਂ ਕਰ ਸਕਦੇ। ਤੇ ਤੁਸੀਂ ਜਿਹੜੀਆਂ ਨਵੀਆਂ ਲੈਜਿਸਲੇਸ਼ਨਸ ਦੇਖੋਗੇ, ਜਦੋਂ ਉਹਨਾਂ ਦਾ ਤਾਣਾ ਬਾਣਾ ਦੇਖੋਗੇ, ਜਿਵੇਂ ਉਹ ਬੁਣੇ ਗਏ ਆ, ਜਿਵੇਂ ਉਹ ਇੱਕ ਦੂਜੇ 'ਚ ਅਮੈਲਗਮੇਟ ਕੀਤੇ ਗਏ ਆ, ਤੁਹਾਨੂੰ ਸਮਝ ਆਊਗੀ ਐਡੀ ਵੱਡੀ ਸਾਜ਼ਿਸ਼ ਕਾਰਪੋਰੇਟ ਆਬਜੈਕਟਿਵ ਨੂੰ, ਸਿਰਫ ਕਾਰਪੋਰੇਟ ਆਬਜੈਕਟਿਵ ਨੂੰ ਅੱਗੇ ਉਹਦੀ ਹਮਾਇਤ ਕਰਨ ਵਾਸਤੇ ਕਾਰਪੋਰੇਟ ਵੱਡੀਆਂ ਕੰਪਨੀਆਂ ਨੂੰ ਸਾਡੇ ਤੇ ਪੰਜਾਬ ਤੇ ਆ ਕੇ ਉਹਦਾ ਗਲਬਾ ਪਾਉਣ ਵਾਸਤੇ। ਬਿਕਾਜ਼ ਇਹ ਤਾਂ ਸਾਡੇ ਸਮਝ ਆ ਰਿਹਾ ਵੀ ਗਵਰਨਮੈਂਟ ਕੋਈ ਵੀ ਪਾਲਿਸੀ ਘੜ ਰਹੀ ਆ, ਇਟ ਇਜ਼ ਮੇਡ ਫॉर ਕਾਰਪੋਰੇਟ ਆਬਜੈਕਟਿਵ। ਤਾਂ ਕਿਸਾਨ ਜਾਂ ਜਿਹੜਾ ਕਾਰਪੋਰੇਟ ਤਾਂ ਪੂੰਜੀਵਾਦ ਆ ਨਾ, ਉਹ ਤਾਂ ਉਹਨਾਂ ਨੇ ਮੁਨਾਫੇ ਤੇ ਕੰਮ ਕਰਨਾ, ਉਹਨਾਂ ਦੇ ਤਾਂ ਟਾਰਗੇਟਸ ਹੁੰਦੇ ਆ। ਸੋ ਹਾਂਜੀ, ਲੋਕਲ ਡੇਟਾ ਵੀ ਅਸੀਂ ਦੇਖੋ, ਜਦੋਂ ਅਸੀਂ ਮੋਰਚੇ 'ਚ ਬੈਠੇ ਹਾਂ ਨਾ, ਤਾਂ ਅਸੀਂ ਕੋਈ ਸਿਆਸੀ ਧਿਰਾਂ ਹਜੇ ਜਿਹਦਾ ਕੋਈ ਕੇਡਰ ਹੋਵੇ। ਕਿਸਾਨ ਜਥੇਬੰਦੀਆਂ ਵੀ ਆਪਦੀ ਐਮਐਸਪੀ ਦਾ ਰਿਆਇਤਾਂ ਦੀ ਲੜਾਈ ਲੜ ਰਹੀਆਂ, ਤਾਂ ਉਹਨਾਂ ਦਾ ਇੱਕ ਆਪਦਾ ਕੇਡਰ ਆ। ਸਾਡਾ ਸਿਧਾਂਤ ਇਹ ਸੀ ਵੀ ਅਸੀਂ ਸਿਰਫ ਰਿਆਇਤਾਂ ਦੀ ਲੜਾਈ ਨਹੀਂ ਲੜਨੀਆਂ, ਕਿਉਂਕਿ ਜੜ ਜਿੱਥੇ ਪਈ ਆ, ਅਸੀਂ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਜਦੋਂ ਤੱਕ ਰੀਡਿਫਾਈਨ ਕਰਨ ਵਾਸਤੇ ਸੰਘਰਸ਼ ਨਹੀਂ ਵਿੱਢਦੇ, ਉਦੋਂ ਤੱਕ ਉਹ ਜੜ ਨੂੰ ਜਾਂ ਉਹਨਾਂ ਹਾਲਾਤਾਂ ਨੂੰ ਮੁਖਾਤਮ ਨਹੀਂ ਕਰ ਸਕਦੇ ਜਿੱਥੋਂ ਇਹ ਮਸਲੇ ਪੈਦਾ ਹੁੰਦੇ ਆ। ਸੋ ਲੋਕਲ ਡੇਟਾ ਵੀ ਅਸੀਂ ਜਿਹੜਾ ਇਕੱਠਾ ਕੀਤਾ, ਉੱਥੇ ਪੰਜਾਬ ਦੇ ਕਿਸਾਨ ਜੇ ਆਪਾਂ ਕਹੀਏ ਤਾਂ 20 ਤੋਂ 25% ਹੀ ਐਮਐਸਪੀ ਅਵੇਲ ਕਰ ਸਕਦੇ ਆ, ਨਾਟ ਮੋਰ ਦੈਨ ਦੈਟ। ਸਰਦਾਰ ਸਾਹਿਬ ਉਹਨੇ ਕਹਿ ਰਹੇ ਸੀ ਹਾਂਜੀ ਪਿਛਲੇ ਸੇਲ ਲਈ ਵੀ ਇਕੱਠੇ ਮਿਲ ਕੇ। ਹਾਂਜੀ ਹਾਂਜੀ ਕਈ ਤੁਹਾਡੇ ਹੀ ਜਿਹੜੇ ਅਲੱਗ ਹੋ ਜਾਂਦੇ ਆ, ਹਾਂਜੀ ਜਿਹੜੇ ਆਗੂ ਹੈ ਤੁਹਾਡੇ, ਹਾਂਜੀ ਸੰਘਰਸ਼ ਮੋਰਚਾ ਲੈ ਕੇ। ਐਬਸੋਲੂਟਲੀ। ਸੋ ਕੋਈ ਤੁਹਾਡਾ ਉਹਦੇ ਬਾਰੇ ਵਿਚਾਰ ਹੈ? ਦੇਖੋ, ਇਹ ਇਸੇ ਕਰਕੇ ਆਪਾਂ ਇਕੱਠੇ ਅੱਜ ਬੈਠੇ ਹਾਂ ਵੀ ਇਹਨਾਂ ਸਾਰੀਆਂ ਜੋ ਵੀ ਮੁੱਦੇ ਆ ਜਾਂ ਕੁਝ ਇਵੈਂਟਸ ਹੋਏ ਆ, ਉਹਨਾਂ ਤੇ ਗੱਲਾਂ ਕਰੀਏ। ਤੁਹਾਨੂੰ ਇੱਕ ਥੋੜੀ ਜੀ ਬੈਕਗਰਾਉਂਡ ਦੱਸ ਦਿੰਨੇ ਆ ਆਪਾਂ ਇੱਥੇ ਬੈਠੇ ਕਿਉਂ ਆ, ਤਾਂ ਕਿ ਮੀਡੀਆ ਨੂੰ ਵੀ ਇਹ ਗੱਲ ਕਲੀਅਰ ਹੋ ਜੂਗੀ। ਅਸੀਂ 4 ਤਰੀਕ ਤੋਂ ਇੱਕ ਪੱਕਾ ਮੋਰਚਾ ਲਾ ਲਿਆ। 4 ਤਰੀਕ ਤੋਂ ਉਸ ਮੋਰਚੇ 'ਚ ਜਿਵੇਂ ਸਾਨੂੰ ਲੋਕ ਆਉਣੇ ਸ਼ੁਰੂ ਹੋਏ, ਪੰਜਾਬ ਦੇ ਵੱਖ-ਵੱਖ ਹਿੱਸਿਆਂ 'ਚੋਂ, ਹਰਿਆਣੇ 'ਚੋਂ ਵੀ ਆਏ, ਤੇ ਸੋਸ਼ਲ ਮੀਡੀਆ ਦੇ ਥਰੂ ਬਹੁਤ ਲੋਕ ਜੁੜੇ, ਔਰ ਪੰਜਾਬ ਦਾ ਬਹੁਤ ਵੱਡਾ ਡਾਇਸਪੋਰਾ ਜਿਹੜਾ ਐਨਆਰਆਈ ਵਰਗ ਆ ਬਾਹਰ ਬੈਠਾ, ਉਹ ਸਾਡੇ ਨਾਲ ਜੁੜਿਆ। ਹੌਲੀ ਹੌਲੀ ਗੱਲ ਇੱਥੇ ਆ ਗਈ। ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਸੀ ਵੀ ਇਹ ਰਿਆਇਤਾਂ ਦੀ ਐਮਐਸਪੀ ਦੀ ਲੜਾਈ ਨਹੀਂ ਆ। ਐਮਐਸਪੀ ਤਾਂ ਸਾਡੇ ਕੋਲੇ ਪਹਿਲਾਂ ਵੀ ਸੀ, ਪਰ ਐਮਐਸਪੀ ਨੇ ਸਾਨੂੰ ਦਿੱਤੀਆਂ ਖੁਦਕੁਸ਼ੀਆਂ ਕਿਸਾਨਾਂ ਦੀਆਂ, ਐਮਐਸਪੀ ਨੇ ਸਾਨੂੰ ਕਰਜ਼ੇ ਕਿਸਾਨਾਂ ਤੇ ਜਾਂ ਮਜ਼ਦੂਰਾਂ ਦਾ ਸ਼ੋਸ਼ਣ, ਇਹ ਸਭ ਕੁਝ ਦਿੱਤਾ। ਇਹਦਾ ਮਤਲਬ ਪਹਿਲਾਂ ਵਾਲਾ ਜਿਹੜਾ ਸਾਡਾ ਕਿਸਾਨੀ ਦਾ ਮਾਡਲ ਸੀ, ਉਹ ਵੀ ਬਾਹਲਾ ਕੋਈ ਸਾਰਥਿਕ ਜਾਂ ਲਾਹੇਵੰਦ ਨਹੀਂ ਸੀ। ਸਾਨੂੰ ਉਹਦੇ ਲਈ ਲੜਨਾ ਚਾਹੀਦਾ ਸੀ। ਅੱਜ ਅਸੀਂ ਲੜ ਕੀ ਰਹੇ ਹਾਂ ਵੀ ਨਵੇਂ ਜਿਹੜੇ ਕਾਨੂੰਨ ਆਏ ਆ, ਉਹਨਾਂ ਨੂੰ ਤੁਸੀਂ ਯੂ ਸ਼ੁੱਡ ਕੀਪ ਇਟ ਇਨ ਅਬੈਂਸ, ਉਹਨਾਂ ਨੂੰ ਵਾਪਸ ਲੈ ਲਓ, ਸਸਪੈਂਡ ਕਰ ਦਿਓ। ਸਾਡੀ ਸੇਧ ਹੀ ਬਦਲਤੀ। ਐਕਚੁਅਲੀ 'ਚ ਜਿਹੜੀ ਪੰਜਾਬ ਦੇ ਮਸਲਿਆਂ ਦਾ ਜਾਂ ਜਿਹੜੇ ਇਹ ਹਾਲਾਤ ਬਣੇ ਆ, ਇਹਨਾਂ ਦੀ ਹੱਲ ਜਦੋਂ ਤੱਕ ਪੰਜਾਬ ਕੋਲੇ ਜਾਂ ਪੰਜਾਬ ਸਰਕਾਰ ਕੋਲੇ ਆਪਦੇ ਹੱਕ ਇੱਥੋਂ ਤੱਕ ਨਹੀਂ ਹੋਣਗੇ ਵੀ ਅਸੀਂ ਆਪਦੇ ਫੈਸਲੇ ਖੁਦ ਲੈ ਸਕੀਏ, ਉਦੋਂ ਤੱਕ ਪੰਜਾਬ ਦਾ ਕੋਈ ਵੀ ਮਸਲਾ ਹੱਲ ਨਹੀਂ ਹੋਣਾ। ਸੋ ਇਹ ਗੱਲ ਅਸੀਂ ਇਸ ਐਜੀਟੇਸ਼ਨ ਦੇ ਦੌਰਾਨ, ਇਸ ਸੰਘਰਸ਼ ਦੇ ਦੌਰਾਨ ਲੋਕਾਂ ਤੋਂ ਵੀ ਸਮਝੀ, ਸਿਆਸੀ ਲੀਡਰਸ ਤੋਂ ਵੀ ਸਮਝੀ, ਤੇ ਸਾਡੇ ਵੀ ਸਮਝ 'ਚ ਗੱਲ ਆਈ। ਹੁਣ ਜਦੋਂ ਮੈਂ ਲੋਕਾਂ ਦੀ ਗੱਲ ਕਰਦਾ, ਅਸੀਂ ਇੰਟਲੈਕਚੁਅਲਸ ਨਾਲ ਵੀ ਟੱਚ ਸੀ, ਕੁਝ ਮਿਲੀਅਨਸ ਆਫ ਪੀਪਲ ਸਾਡੇ ਨਾਲ ਦੇਖ ਲਓ ਸੋਸ਼ਲ ਮੀਡੀਆ ਦੇ ਥਰੂ ਟੱਚ ਆ। ਉਹਨਾਂ ਸਾਰਿਆਂ ਨੇ ਇਹ ਗੱਲ ਸਮਝੀ ਵੀ ਇਹ ਹੁਣ ਕਿਸਾਨ ਯੂਨੀਅਨਸ ਆ ਜਿਹੜੀਆਂ, ਉਹਨਾਂ ਨੇ ਤਾਂ ਹਮੇਸ਼ਾ ਰਿਆਇਤਾਂ ਦੀ ਜਾਂ ਸੋਧਾਂ ਦੀ ਲੜਾਈ ਲੜੀ ਆ, ਕਿਉਂਕਿ ਉਹਨਾਂ ਕੋਲੇ ਲਿਮਿਟੇਸ਼ਨਸ ਹੁੰਦੀਆਂ, ਉਹਨਾਂ ਕੋਲੇ ਆਪਦੇ ਰਿਸੋਰਸਿਸ ਦੀਆਂ ਲਿਮਿਟੇਸ਼ਨ ਵੀ ਆ, ਕਾਡਰ ਦੀਆਂ ਲਿਮਿਟੇਸ਼ਨ ਵੀ ਆ, ਔਰ ਉਹ ਸਿਆਸੀ ਲੜਾਈ ਲੜ ਵੀ ਨਹੀਂ ਸਕਦੇ।
ਸੋ ਇਹ ਪੋਲੀਟੀਕਲ ਲੜਾਈ ਹੈ, ਇੱਕ ਪੋਲੀਟੀਕਲ ਸਟਰਗਲ ਆ। ਪੋਲੀਟੀਕਲ ਸਟਰਗਲ ਜਿਹੜੀ ਉਹ ਕਿਸੇ ਸਿਆਸੀ ਧਿਰ ਤੋਂ ਬਿਨਾਂ ਅਸੀਂ ਸੋਚੀਏ ਵੀ ਲੜੀ ਜਾਊਗੀ ਤਾਂ ਨਹੀਂ ਲੜੀ ਜਾ ਸਕਦੀ। ਪੰਜਾਬ ਹਾਂਜੀ ਮਤਲਬ ਹੁਣ 2022 ਲਈ ਸਿਆਸੀ ਧਿਰ ਬਣਾਉਣ ਦੀ ਤਿਆਰੀ ਚ ਤੁਸੀਂ? ਨਹੀਂ ਜੀ, ਇਹਦਾ ਮੈਂ ਤੁਹਾਨੂੰ ਸਾਫ਼ ਕਰਦਾ, ਅਸੀਂ ਧਿਰ ਪਹਿਲਾਂ ਵੀ ਬਣਾਈਆਂ ਪੰਜਾਬ ਨੇ। ਮਨਪ੍ਰੀਤ ਬਾਦਲ ਆਏ ਸੀ, ਉਹਨਾਂ ਨੇ ਇੱਕ ਆਪਦੀ ਪਾਰਟੀ ਬਣਾਈ, ਹੋਇਆ ਕੀ? ਕੁਛ ਨਹੀਂ ਹੋਇਆ, ਫੇਲ ਹੋ ਗਏ। ਫਿਰ ਕਾਂਗਰਸ ਦੇ ਨਾਲ ਰਲ ਗਏ, ਫਿਰ ਆਮ ਆਦਮੀ ਪਾਰਟੀ ਆਈ। ਪੰਜਾਬ 'ਚ ਅੱਜ ਸਾਨੂੰ ਸਾਰਿਆਂ ਨੂੰ ਉਹਨਾਂ ਦਾ ਵੀ ਹਾਲ ਪਤਾ, ਕਿਤੇ ਨਾ ਕਿਤੇ ਉਹ ਸਕਸੈਸਫੁਲ ਨਹੀਂ ਹੋ ਸਕੇ। ਦੇਖੋ, ਸਿਆਸੀ ਧਿਰ ਹਮੇਸ਼ਾ ਕਿਸੇ ਨਾ ਕਿਸੇ ਐਜੀਟੇਸ਼ਨ 'ਚੋਂ ਨਿਕਲਦੀ ਆ। ਅਸੀਂ ਇਹ ਗੱਲਾਂ, ਇਹ ਕਿਆਸਾਈਆਂ ਲਾਉਣ ਲੱਗ ਜਾਂਦੇ ਆ ਵੀ ਸਿਆਸੀ ਧਿਰ ਬਣਾਵਾਂਗੇ, ਪਰ ਸਿਆਸੀ ਧਿਰ ਜੇ ਅਸੀਂ ਕਿਸੇ ਐਜੀਟੇਸ਼ਨ 'ਚੋਂ ਕੱਢਾਂਗੇ, ਸਿਆਸੀ ਧਿਰ ਉਦੋਂ ਤੱਕ ਕਾਮਯਾਬ ਨਹੀਂ ਹੋ ਸਕਦੀ ਜਦੋਂ ਤੱਕ ਸਾਡੇ ਕੋਲੇ ਉਹਦੇ ਚੈੱਕਸ ਐਂਡ ਬੈਲੈਂਸਿਸ ਨਹੀਂ ਹੋਣਗੇ, ਜਦੋਂ ਤੱਕ ਇੱਕ ਸਮਾਜਿਕ ਇਨਕਲਾਬ, ਜਿਹਨੂੰ ਅਸੀਂ ਕਹਿ ਸਕਦੇ ਹਾਂ, ਇੱਕ ਸਿਆਸੀ ਇਨਕਲਾਬ, ਇੱਕ ਸਮਾਜਿਕ ਇਨਕਲਾਬ, ਇਹਨਾਂ ਦੋਨਾਂ ਨੂੰ ਅਸੀਂ ਇਕੱਠੇ ਤੌਰ ਤੇ ਨਹੀਂ ਦੇਖਾਂਗੇ। ਦੋ ਇਹੋ ਜਿਹੀਆਂ ਜਥੇਬੰਦੀਆਂ ਨਹੀਂ ਹੋਣਗੀਆਂ ਜਿਹੜੀ ਇੱਕ ਪਹਿਰੇਦਾਰੀ ਦਾ ਕੰਮ ਕਰੇ, ਕੁੰਡੇ ਦਾ ਕੰਮ ਕਰੇ ਉਹ ਸਿਆਸੀ ਲੋਕਾਂ ਤੇ, ਕਿਉਂਕਿ ਅਦਰਵਾਈਜ਼ ਡੈਮੋਕ੍ਰੇਸੀ ਦਾ ਇੱਕ ਬਹੁਤ ਵੱਡਾ ਡਰਾਬੈਕ ਆ ਜਿਹੜੀ ਡੈਮੋਕ੍ਰੇਸੀ 'ਚ ਅਸੀਂ ਜਿਉਂ ਰਹੇ ਹਾਂ, ਉਹ ਐਲੀਟਸ ਪੈਦਾ ਕਰਦੀ ਹੈ। ਕਿਤੇ ਨਾ ਕਿਤੇ ਆ ਐਜੀਟੇਸ਼ਨ 'ਚੋਂ ਨਿਕਲੀਆਂ ਹੋਈਆਂ ਆਪਣਾ ਜਿਹੜੇ ਲਾਲੂ ਪ੍ਰਸਾਦ ਯਾਦਵ, ਮੁਲਾਇਮ ਸਿੰਘ ਯਾਦਵ, ਇਹ ਐਜੀਟੇਸ਼ਨ 'ਚੋਂ ਲੋਕਾਂ 'ਚੋਂ ਨਿਕਲੇ ਹੋਈ ਅਸੀਂ ਸਿਆਸੀ ਧਿਰ ਬਣੇ ਹੋਏ। ਹਾਂਜੀ, ਬਾਦਲ ਦੇਵੀ ਲਾਲ, ਹਾਂ, ਈਵਨ ਦੇਵੀ ਲਾਲ ਜੀ ਜਾਂ ਪ੍ਰਕਾਸ਼ ਸਿੰਘ ਬਾਦਲ, ਇਹ ਲੋਕਾਂ 'ਚੋਂ ਨਿਕਲੇ ਹੋਏ ਲੀਡਰ ਸੀ। ਹੌਲੀ ਹੌਲੀ ਅਲੀਟ ਹੋ ਗਏ, ਹੌਲੀ ਹੌਲੀ ਇਹ ਲੋਕਾਂ 'ਚੋਂ ਦੂਰ ਹੁੰਦੇ ਗਏ ਤਾਂ ਲੋਕ ਹਿੱਤ ਜਾਂ ਜਿਹੜੇ ਸੂਬੇ ਦੇ ਜਾਂ ਪੰਜਾਬ ਹਿੱਤ ਉਹਨਾਂ ਨੂੰ ਪਿੱਛੇ ਰੱਖ ਦਿੰਦੇ ਆ ਮੁੜ ਕੇ। ਹਾਂਜੀ, ਮੈਂ ਉਹਦੇ ਤੇ ਹੀ ਆ ਰਹੇ ਹਾਂ। ਅਸੀਂ ਕਿਉਂ ਨਹੀਂ ਬਦਲਦੇ ਜਾਂ ਕੋਈ ਵੀ ਕਿਉਂ ਨਹੀਂ ਬਦਲੂਗਾ ਜਦੋਂ ਤੱਕ ਅਸੀਂ ਕੋਈ ਸਿਆਸੀ ਇਹੋ ਜਿਹੀ ਕਲੈਕਟਿਵ ਲੀਡਰਸ਼ਿਪ ਨਹੀਂ ਪੈਦਾ ਕਰਦੇ। ਮੇਨ ਸਟ੍ਰੀਮ ਦੇਖੋ, ਇਹ ਦੋ ਗੱਲਾਂ ਹੁੰਦੀਆਂ, ਲੜਾਈ ਦੇ ਦੋ ਪਹਿਲੂ ਆ, ਇਹਨੂੰ ਆਪਾਂ ਪਹਿਲਾਂ ਸਮਝੀਏ। ਇੱਕ ਸੰਘਰਸ਼ ਵਾਲੀ ਲੜਾਈ, ਜਿਹਨੂੰ ਆਪਾਂ ਸੰਘਰਸ਼ ਦੀ ਸਿਆਸਤ ਕਹਿ ਸਕਦੇ ਹਾਂ, ਜਿੱਥੇ ਕੋਈ ਵੀ ਦਾਗੀ ਬੰਦਾ ਨਹੀਂ ਚੱਲ ਸਕਦਾ, ਕਿਉਂਕਿ ਲੋਕਾਂ ਨੇ ਸੰਘਰਸ਼ 'ਚ ਉਹਨਾਂ ਸ਼ਖਸੀਅਤਾਂ ਦਾ ਸਾਥ ਦੇਣਾ ਹੁੰਦਾ ਜਿਹਦੇ ਤੇ ਕੋਈ ਦਾਗ ਆ, ਉਹ ਨਹੀਂ ਚੱਲ ਸਕਦਾ ਉੱਥੇ। ਇੱਕ ਮੇਨ ਸਟ੍ਰੀਮ ਪੋਲੀਟਿਕਸ, ਵੋਟਾਂ ਦੀ ਰਾਜਨੀਤੀ, ਉੱਥੇ ਸਾਨੂੰ ਪਤਾ ਪਿਛਲੇ ਸਮਿਆਂ 'ਚ ਬਹੁਤ ਵੱਡੇ ਦਾਗੀ ਬੰਦੇ ਵੀ ਆਏ ਆ, ਪਰ ਘੱਟ ਦਾਗੀ ਬੰਦੇ ਚੱਲ ਸਕਦੇ ਆ ਉੱਥੇ, ਕਿਉਂਕਿ ਇੱਕ ਖਿੱਤੇ ਨੂੰ ਹੀ ਤੁਸੀਂ ਕੇਟਰ ਕਰਨਾ ਹੁੰਦਾ, ਇੱਕ ਖਿੱਤੇ 'ਚੋਂ ਆਪਦੀ ਰਾਜਨੀਤੀ ਘੜਨੀ ਹੁੰਦੀ ਹੈ। ਅਸੀਂ ਇਹ ਚਾਹੁੰਦੇ ਹਾਂ ਵੀ ਪੰਜਾਬ ਕੋਲੇ ਜਦੋਂ ਤੱਕ ਆਪਦੀ ਸਿਆਸਤ ਨਹੀਂ ਹੋਊਗੀ, ਪੰਜਾਬ ਦੇ ਮਸਲੇ ਜੇ ਹੱਲ ਹੋ ਜਾਣਗੇ, ਪੰਜਾਬ ਦੇ ਇਹ ਸਿਆਸੀ ਲੜਾਈ 'ਚ ਪੰਜਾਬ ਦੀ ਕੋਈ ਬਹੁਤ ਵੱਡੀ ਸ਼ਮੂਲੀਅਤ ਕਰ ਸਕਦਾ ਸੈਂਟਰ ਕੋਲੇ ਜਾ ਕੇ, ਉਹ ਨਹੀਂ ਹੋ ਸਕਦਾ। ਕਿਸਾਨ ਜਥੇਬੰਦੀਆਂ ਦੀ ਇੱਕ ਲਿਮਿਟੇਸ਼ਨ ਆ, ਨਹੀਂ ਕਰ ਸਕਦੀਆਂ। ਉਹਨਾਂ ਨੂੰ ਵੀ ਪਤਾ ਅੱਜ ਉਹ ਕਿਸੇ ਸੋਧ ਦੀ ਵੇਟ ਕਰ ਰਹੀਆਂ ਜਾਂ ਕਿਸੇ ਰਿਆਇਤ ਦੀ ਵੇਟ ਕਰ ਰਹੀਆਂ। ਪੰਜਾਬ ਨੂੰ ਆਪਦੀ ਸਿਆਸਤ ਖੜੀ ਕਰਨੀ ਪੈਣੀ ਆ, ਔਰ ਉਹ ਸਿਆਸਤ ਜਿਹੜੀ ਪਹਿਲਾਂ ਪੰਜਾਬ ਦੀ ਗੱਲ ਕਰੇ, ਉਦੋਂ ਬਾਅਦ ਦਿੱਲੀ ਦੇ ਨਾਲ ਜਾ ਕੇ ਕੋਈ ਗੱਲਬਾਤ ਹੋਵੇ। ਜੇ ਸਾਡੀ ਸਿਆਸਤ ਜਾਂ ਜੇ ਸਿਆਸਤ ਦਾ ਸੰਬੰਧ ਦਿੱਲੀ ਨਾਲ ਹੋਊਗਾ, ਫਿਰ ਸਾਡੇ ਮਸਲੇ ਨਹੀਂ ਹੱਲ ਹੋ ਸਕਦੇ ਜਾਂ ਕਿਸੇ ਵੀ ਸੂਬੇ ਦੇ ਮਸਲੇ ਨਹੀਂ ਹੱਲ ਹੋ ਸਕਦੇ, ਕਿਉਂਕਿ ਆਪਾਂ ਡੀਸੈਂਟਰਲਾਈਜੇਸ਼ਨ ਆਫ ਪਾਵਰ ਦੀ ਗੱਲ ਕਰ ਰਹੇ ਹਾਂ ਇੱਥੇ, ਔਰ ਪਾਵਰ ਨੂੰ ਇੰਨਾ ਕੰਸੋਲੀਡੇਟ ਕੀਤਾ ਜਾ ਚੁੱਕਿਆ, ਸੈਂਟਰ ਇੰਨਾ ਕੰਸੋਲੀਡੇਟ ਕਰ ਲਿਆ, ਪੀਐਮਓ ਨੇ ਇੰਨਾ ਪਰਸਨਲਾਈਜ਼ ਕਰ ਲਿਆ। ਅੱਜ ਤੁਸੀਂ ਦੇਖੋ, ਮੋਦੀ ਗਵਰਨਮੈਂਟ ਨੂੰ ਅਸੀਂ ਸੰਬੋਧਨ ਵੀ ਕਰਦੇ ਹਾਂ ਤਾਂ ਮੋਦੀ ਗਵਰਨਮੈਂਟ ਕਹਿ ਕੇ ਸੰਬੋਧਨ ਕਰਦੇ ਹਾਂ, ਬੀਜੇਪੀ ਨਹੀਂ ਕਰਦੇ। ਇਹ ਮੈਟਾਫਰ ਹੀ ਸਾਨੂੰ ਕਲੀਅਰ ਕਰ ਦਿੰਦਾ ਵੀ ਕਿੱਡੀ ਜ਼ਿਆਦਾ ਪਰਸਨਲਾਈਜ਼ ਹੋ ਗਈ ਆ ਪਾਵਰ। ਉੱਥੇ ਦੋ ਹੀ ਬੰਦਿਆਂ ਕੋਲੇ ਪਾਵਰ ਵਸਦੀ ਆ, ਇੱਕ ਪੀਐਮਓ ਕੋਲੇ, ਇੱਕ ਹੋਮ ਮਿਨਿਸਟਰ ਕੋਲੇ। ਹਾਂਜੀ ਹਾਂਜੀ, ਮੈਂ ਅਗਲੇ ਹੀ ਬਰਾੜ ਸਾਹਿਬ ਨੂੰ ਦਿੰਨਾ ਤਾਂ ਕਿ ਸਾਰੇ ਅਸੀਂ ਸਵਾਲਾਂ ਦੇ ਜਵਾਬ ਦੇਈਏ। ਤਾਂ ਹਾਂਜੀ 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 ਹਾਂਜੀ, ਮੈਂ ਤੁਹਾਨੂੰ ਇਹਦਾ ਇੱਕ ਪਰਪਸ ਦੱਸੀਏ ਜੀ ਪ੍ਰੈਸ ਕਾਨਫਰੰਸ ਦਾ, ਔਰ ਇਸ ਪਰਪਸ ਨੂੰ ਅੱਗੇ ਲੈ ਕੇ ਜਾਣਾ ਬੜਾ ਜ਼ਰੂਰੀ ਆ। ਪਰਪਸ ਇਹ ਆ ਵੀ ਪੰਜਾਬ ਦੇ ਮੇਨ ਸਟ੍ਰੀਮ ਪੋਲੀਟੀਕਲ ਫੀਲਡ ਦੇ ਜਿਹੜੇ ਸੁਹਿਰਦ ਬੰਦੇ ਆ, ਜਿਹੜੀਆਂ ਰੂਹਾਂ ਪੰਜਾਬ ਦੇ ਲਈ ਦਰਦ ਰੱਖਦੀਆਂ, ਚਾਹੇ ਉਹ ਸੁਖਪਾਲ ਖਹਿਰਾ ਸਾਹਿਬ ਹੋਣ, ਚਾਹੇ ਡਾਕਟਰ ਗਾਂਧੀ ਹੋਣ, ਚਾਹੇ ਉਹ ਬੈਂਸ ਸਾਹਿਬ ਜਾਂ ਨਵਜੋਤ ਸਿੱਧੂ ਹੋਣ ਜਾਂ ਪ੍ਰਗਟ ਸਿੰਘ ਜੀ ਹੋਣ ਜਾਂ ਛੋਟੇਪੁਰ ਜੀ ਹੋਣ, ਇਹ ਸਾਰੇ ਬੰਦਿਆਂ ਨੂੰ ਅਸੀਂ ਹੁਣ ਜਾ ਕੇ ਮਿਲਾਂਗੇ। ਔਰ ਇਹ ਮੀਡੀਆ ਦੇ ਅੱਗੇ ਗੱਲ ਕਰ ਰਹੇ ਹਾਂ,
ਇਹਨਾਂ ਸਾਰੇ ਮੇਨ ਸਟ੍ਰੀਮ ਪੋਲੀਟੀਕਲ ਲੀਡਰਸ ਨੂੰ ਤਾਂ ਹੋਰ ਵੀ ਬੜੇ ਸਾਡੇ ਇਮਾਨਦਾਰ ਬੰਦੇ ਬੈਠੇ ਆ, ਉਹਨਾਂ ਸਾਰਿਆਂ ਨੂੰ ਮਿਲਾਂਗੇ। ਉਹਨਾਂ ਨੂੰ ਗੱਲ ਇਹ ਕਹਿਣੀ ਆ ਵੀ ਜੇ ਪੰਜਾਬ ਦਾ ਦਰਦ ਰੱਖਦੇ ਹੋ ਆਪਦਾ ਨਿੱਜ ਛੱਡ ਕੇ ਤਾਂ ਇਕੱਠੇ ਹੋ ਮੰਚ ਤੋਂ। ਮੰਚ ਅਸੀਂ ਦੇਤਾ ਤੁਹਾਨੂੰ। ਅੱਜ ਇਹ ਹਰ ਰੂਹ, ਹਰ NRI, ਹਰ ਬੰਦਾ ਪੰਜਾਬ ਦਾ ਇਹ ਗੱਲ ਮੰਨ ਰਿਹਾ ਵੀ ਪੰਜਾਬ 'ਚ ਜੇ ਇੱਕ ਮੰਚ ਤੇ ਕੋਈ ਇਕੱਠੇ ਹੋਣ ਦੀ ਗੱਲ ਕੀਤੀ ਜਾ ਸਕਦੀ ਹੈ ਤਾਂ ਉਹ ਸ਼ੰਭੂ ਮੋਰਚੇ ਦਾ ਮੰਚ ਆ। ਅਸੀਂ ਤਾਂ ਆਪਦੀ ਕੋਈ ਲੜਾਈ ਜਾਂ ਸਿਆਸੀ ਧਿਰ ਨਹੀਂ ਖੜੀ ਕਰ ਰਹੇ। ਇਹੀ ਬੰਦੇ ਲੱਗੇ ਹੋਏ ਆ ਨਾ ਜਿਹੜੇ ਖੁਦਮੁਖਤਿਆਰੀ ਦੀ ਗੱਲ ਵੀ ਕਰਦੇ ਆ, ਜਿਹੜੇ ਪੰਜਾਬ ਦੇ ਪਾਣੀਆਂ ਦੀ ਵੀ ਗੱਲ ਕਰਦੇ ਆ, ਜਿਹੜੇ ਨੌਜਵਾਨੀ ਦੀ ਗੱਲ ਕਰਦੇ ਆ, UAPA ਦੇ ਅਗੇਂਸਟ ਵੀ ਗੱਲ ਕਰਦੇ ਆ, ਫਿਰ ਰੁਜ਼ਗਾਰ ਦੀ ਗੱਲ ਕਰਦੇ ਆ, ਫਿਰ ਸਾਡੇ ਨਸ਼ਿਆਂ ਦੇ ਵਿਰੁੱਧ ਵੀ ਲੜਦੇ ਆ। ਇਹਨਾਂ ਸਾਰੇ ਬੰਦਿਆਂ ਨੂੰ ਇੱਕ ਮੰਚ ਤੇ ਲੈ ਕੇ ਆਉਣੇ ਆ ਔਰ ਤੁਹਾਡੇ ਸਾਹਮਣੇ, ਇੱਕ ਮਿੰਟ ਜੀ ਗੱਲ ਪੂਰੀ ਕਰ ਲਈਏ, ਤੁਹਾਡੇ ਸਾਹਮਣੇ ਜਿਹੜਾ ਬੰਦਾ ਨਹੀਂ ਆਇਆ ਉਹ ਵੀ ਤੁਹਾਡੇ ਸਾਹਮਣੇ ਰੱਖ ਦਾਂਗੇ ਵੀ ਫਲਾਨਾ ਬੰਦਾ ਨਹੀਂ ਆਇਆ ਜੀ, ਉਹਦੇ ਨਿੱਜ ਇੰਪੋਰਟੈਂਟ ਆ, ਉਹ ਬੰਦਾ ਪੰਜਾਬ ਦੀ ਗੱਲ ਅੱਜ ਤੱਕ ਕਰ ਰਿਹਾ ਸੀ, ਪਰ ਜਦੋਂ ਅਸੀਂ ਉਹਦੇ ਕੋਲੇ ਜਾ ਕੇ ਬੈਠੇ ਵੀ ਤੁਸੀਂ ਇੱਕ ਮੰਚ ਤੇ ਆਓ, ਇਕੱਠੇ ਹੋ, ਉਦੋਂ ਜਦੋਂ ਤੱਕ ਤੁਸੀਂ ਇਕੱਠੇ ਨਹੀਂ ਹੋਵੋਗੇ, ਸੁਹਿਰਦ ਲੋਕ ਇਕੱਠੇ ਨਹੀਂ ਹੋਣਗੇ, ਇਮਾਨਦਾਰ ਲੋਕ ਇਕੱਠੇ ਨਹੀਂ ਹੋਣਗੇ, ਪੰਜਾਬ ਦਾ ਭਲਾ ਨਹੀਂ ਹੋ ਸਕਦਾ। ਅਸੀਂ ਆਪਦੀ ਸਿਆਸਤ ਖੜੀ ਨਹੀਂ ਕਰ ਸਕਦੇ। ਨਹੀਂ ਤਾਂ ਅਸੀਂ ਇੱਕ ਦੂਜੇ ਨਾਲ ਲੜਦੇ ਰਹਿੰਦੇ ਆ, ਲੱਤਾਂ ਖਿੱਚਦੇ ਰਹਿੰਦੇ ਆ। ਸੋ ਵੀ ਨੋ ਦੈਟ ਹਾਊ ਵੀ ਬਿਹੇਵ। ਸਾਡੇ ਕੋਲੇ ਤਰੀਕਾ ਸਲੀਕਾ, ਸਾਡੀ ਜਿਹੜੀ ਤਹਿਜ਼ੀਬ ਆ, ਕਿਤੇ ਨਾ ਕਿਤੇ ਭਾਸ਼ਾ ਤੇ ਵੀ ਕੰਟਰੋਲ ਨਹੀਂ ਰਹਿੰਦਾ। ਪਰ ਅਸੀਂ ਇਹਨਾਂ ਸਾਰੇ ਬੰਦਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਹੋ ਕੇ ਔਰ ਉੱਥੋਂ ਕੋਈ ਨਾ ਕੋਈ ਪੰਜਾਬ ਦੀ ਸਿਆਸਤ ਘੜਨ ਵਾਸਤੇ ਅਰਜ਼ ਕਰਨੀ ਆ। ਦੂਜੀ ਗੱਲ, ਨਾਲ ਦੀ ਨਾਲ ਇੱਕ ਸਮਾਜਿਕ ਧਿਰ ਵੀ ਖੜੀ ਕਰਨੀ ਆ ਜਿਹੜੀ ਇਹਨਾਂ ਬੰਦਿਆਂ ਤੇ ਜਾਂ ਸਿਆਸੀ ਬੰਦਿਆਂ ਤੇ, ਔਰ ਉਹ ਸਮਾਜਿਕ ਧਿਰ ਵਾਲੇ ਬੰਦਿਆਂ ਦਾ ਮੇਨ ਸਟ੍ਰੀਮ ਪੋਲਿਟਿਕਸ 'ਚ ਕੋਈ ਰੋਲ ਨਹੀਂ ਹੋਊਗਾ। ਉਹ ਕਦੇ ਇਲੈਕਸ਼ਨ ਨਹੀਂ ਲੜਨਗੇ। ਇੱਕ ਮਿੰਟ ਮੈਂ ਕੰਪਲੀਟ ਕਰਦਾ ਜੀ ਗੱਲ। ਸਮਾਜਿਕ ਧਿਰ ਸਿਰਫ ਇੱਕ ਉਹਨਾਂ ਤੇ ਪਹਿਰੇਦਾਰੀ ਦਾ ਕੰਮ ਕਰੂਗੀ। ਜਿੱਥੇ ਕਿਤੇ ਪੰਜਾਬ ਦੇ ਹਿੱਤਾਂ 'ਚ ਉਹ ਥਿਰ ਕੇ ਸਮਾਜਿਕ ਧਿਰ ਉੱਠ ਕੇ ਖੜੀ ਹੋ ਜੂਗੀ, ਲੋਕਾਂ ਦੇ ਸਾਹਮਣੇ ਉਹਨਾਂ ਨੂੰ ਨੰਗਾ ਕਰ ਦਿਆ ਕਰੂਗੀ। ਜਦੋਂ ਤੱਕ ਅਸੀਂ ਇਹ ਸਿਸਟਮ ਪੰਜਾਬ 'ਚ ਖੜਾ ਨਹੀਂ ਕਰਾਂਗੇ, ਜੇ ਅਸੀਂ ਕਹੀਏ ਪੰਜਾਬ ਦੇ ਮਸਲੇ ਹੱਲ ਹੋ ਜਾਣਗੇ ਜਾਂ ਹੁਣ ਕਿਸਾਨੀ ਦੇ ਮਸਲੇ ਹੱਲ ਹੋ ਜਾਣਗੇ, ਉਹ ਨਹੀਂ ਹੋ ਸਕਦੇ। ਸੋ ਪਰਪਸ ਇਸ ਪ੍ਰੈਸ ਕਾਨਫਰੰਸ ਦਾ ਇਹ ਸਿੱਧੇ ਤੌਰ ਤੇ ਮੈਂ ਤੁਹਾਡੇ ਨਾਲ ਜਿਹੜੀ ਆਪਾਂ ਸਪਸ਼ਟ ਰੂਪ 'ਚ ਇਹ ਗੱਲ ਕਰ ਰਹੇ ਹਾਂ। ਬਾਕੀ ਅਗਲਾ ਕੁਐਸਚਨ ਬਰਾੜ ਸਾਹਿਬ ਤੋਂ ਪੁੱਛਿਓ, ਸਾਰੀ ਪੰਚਾਇਤ ਤੋਂ। ਹਾਂਜੀ ਜਿਹੜੇ ਲੋਕ ਤੁਸੀਂ ਆਪਣੇ ਪ੍ਰੈਸ ਨੋਟ ਦੇ ਵਿੱਚ ਕਿਹਾ ਹਾਂਜੀ। ਕਿ ਅਸੀਂ ਸਮਾਜਿਕ ਇਨਕਲਾਬ ਦੀ ਗੱਲ ਕਰਦੇ ਹਾਂ। ਹਾਂ, ਤੁਹਾਡਾ ਕੀ ਭਾਵ ਹੈ? ਦੂਸਰਾ ਮੇਰਾ ਸਵਾਲ ਹੈ, ਤੁਸੀਂ ਕਹਿੰਦੇ ਪੰਜਾਬ ਨੂੰ ਖੁਦਮੁਖਤਿਆਰੀ ਨਹੀਂ ਹੈਗੀ ਪ੍ਰੈਸ ਤੋਂ ਲੈਣ ਦੀ। ਕਿਸੇ ਸੂਬੇ ਨੂੰ ਵੀ ਨਹੀਂ ਆ, ਇਕੱਲੇ ਪੰਜਾਬ ਦੀ ਗੱਲ ਨਹੀਂ ਕਰਦੇ ਅਸੀਂ। ਆਪਾਂ ਪੰਜਾਬ ਦੇ ਕੰਟੈਕਸਟ 'ਚ ਹਾਂਜੀ, ਅੱਜ ਪੰਜਾਬ ਦੀ ਗੱਲ ਕਰ ਲਓ ਜੀ। ਤੁਸੀਂ ਕਿਹਾ ਕਿ ਨਹੀਂ ਹੈਗੀ ਖੁਦਮੁਖਤਿਆਰੀ, ਤੁਹਾਡੇ ਸੰਘਰਸ਼ ਦੇ ਨਾਲ ਖੁਦਮੁਖਤਿਆਰੀ ਜੇ ਮਿਲ ਜਾਂਦੀ ਹੈ ਹਾਂਜੀ। ਤਾਂ ਤੁਹਾਡੇ ਕੋਲ ਆਲਟਰਨੇਟਿਵ ਮਾਡਲ ਕੀ ਹੈ? ਨਹੀਂ ਜੀ, ਮੈਂ ਉਸੇ ਦੀ ਤਾਂ ਗੱਲ ਕਰ ਰਹੇ ਹਾਂ। ਆਪਾਂ ਸੰਘਰਸ਼ ਦੇ ਨਾਲ ਖੁਦਮੁਖਤਿਆਰੀ ਕਿਵੇਂ ਮਿਲਦੀ ਆ? ਖੁਦਮੁਖਤਿਆਰੀ ਲਈ ਇੱਕ ਮਿੰਟ, ਤੁਹਾਡਾ ਸਵਾਲ ਮੈਂ ਤੁਹਾਨੂੰ ਜਵਾਬ ਦੇ ਦੇਣਾ ਜੀ। ਮੈਂ ਸਮਝ ਗਿਆ ਸਵਾਲ ਤੁਹਾਡਾ, ਪਰ ਤੁਸੀਂ ਦੁਬਾਰਾ ਜੇ ਪੁੱਛਣਾ ਚਾਹੋ ਪੁੱਛ ਸਕਦੇ। ਇਹਨਾਂ ਬੰਦੇ ਨੂੰ ਤਾਂ ਇਕੱਠੇ ਕਰ ਰਹੇ ਸਾਰਿਆਂ ਨੂੰ ਇਹ ਗੱਲ ਕਰੀਏ। ਖੁਦਮੁਖਤਿਆਰੀ ਮਿਲ ਗਈ, ਮੰਨ ਲਓ ਇਹਨਾਂ ਬਿੱਲਾਂ ਦੇ ਕੰਟੈਕਸਟ 'ਚ ਕੇਂਦਰ ਸਰਕਾਰ ਤੁਹਾਨੂੰ ਕਹਿੰਦੇ ਕਿ ਤੁਸੀਂ ਸਾਡੇ ਕੋਲ ਤਾਂ ਆਹ ਮਾਡਲ ਹੈ, ਹਾਂਜੀ। ਜੋ ਅਸੀਂ ਬਿੱਲਾਂ ਦੇ ਵਿੱਚ ਦੱਸਤਾ। ਹਾਂਜੀ। ਕਿਸਾਨ ਯੂਨੀਅਨ ਆਪਣਾ ਦੱਸ ਰਹੀਆਂ ਨੇ। ਹਾਂਜੀ। ਤਾਂ ਜਿਹੜੀ ਆਹ ਲੀਡਰਸ਼ਿਪ ਹੈ, ਇਹਦਾ ਆਲਟਰਨੇਟਿਵ ਮਾਡਲ ਕੀ ਹੈ? ਨਹੀਂ, ਮੈਂ ਤੁਹਾਨੂੰ ਉਹੀ ਦੱਸ ਰਿਹਾ ਜੀ। ਭਾਈ ਖੁਦਮੁਖਤਿਆਰੀ ਤੋਂ ਪਹਿਲਾਂ ਮਿਲਣ ਤੋਂ ਪਹਿਲਾਂ ਦੇ ਦੋ ਸਵਾਲ ਹੈ ਮੇਰੇ। ਉਹ ਹਾਂਜੀ। ਬਾਅਦ 'ਚ ਆ ਗਿਆ ਜੀ। ਹਾਂਜੀ। ਮੇਰਾ ਇਹ ਸਵਾਲ ਹੈ, ਤੁਸੀਂ ਕਿਹਾ ਵੀ ਅਸੀਂ ਇਕੱਠਾ ਕਰਾਂਗੇ ਸਾਰਿਆਂ ਨੂੰ ਜਿਹੜੇ ਹਾਂਜੀ। ਵੀ ਪੰਜਾਬ ਦਾ ਭਲਾ ਚਾਹੁੰਦੇ ਨੇ। ਹਾਂਜੀ। ਇਹ ਕੋਸ਼ਿਸ਼ ਸੁਖਪਾਲ ਖਹਿਰਾ ਹੋਣਾ ਨੇ ਵੀ ਕੀਤੀ ਸੀ। ਲੋਕੇ ਸਾਹਿਬ ਪਾਰਟੀ ਇਕੱਠੀ ਹੋਈ ਸੀ। ਹਾਂਜੀ। ਧਰਮਵੀਰ ਗਾਂਧੀ ਜੀ, PDA ਬਣਿਆ ਸੀ, ਪੰਜਾਬ ਡੈਮੋਕ੍ਰੈਟਿਕ ਅਲਾਈਅੰਸ। ਹਾਂਜੀ। ਉਹ ਨਾ ਅੱਜ ਪੰਜਾਬ ਉਸ PDA ਦਾ ਨਾ P ਦਾ ਪਤਾ, ਨਾ D ਦਾ ਪਤਾ, ਨਾ A ਦਾ ਪਤਾ। ਹਾਂਜੀ। ਆਪਾਂ ਤੁਰੇ ਫਿਰਦੇ ਹਾਂ। ਹਾਂਜੀ। ਪਹਿਲਾ ਸਵਾਲ ਇਹ ਹੈ ਵੀ ਤੁਸੀਂ ਕਿਵੇਂ ਕਾਮਯਾਬ ਹੋਵੋਗੇ? ਦੂਜੀ ਗੱਲ ਤੁਸੀਂ ਕਹੀ ਹੈ, ਇਹਦੇ ਨਾਲ ਦਾ ਹੀ ਸਵਾਲ ਹੈ ਵੀ ਜਿਹੜਾ ਸਾਡੇ ਕੋਲ ਆ ਗਿਆ, ਇਕੱਠਾ ਹੋ ਗਿਆ, ਹਾਂਜੀ। ਠੀਕ ਹੈ, ਜਿਹੜਾ ਨਹੀਂ ਅਸੀਂ ਸਾਹਮਣੇ ਰੱਖਾਂਗੇ ਪੀੜੀਆਂ ਤੇ ਵੀ ਇਹ ਬੰਦਾ ਨਹੀਂ ਆ ਰਿਹਾ। ਹਾਂਜੀ। ਕੀ ਤੁਹਾਡੇ ਨਾਲ ਇਕੱਠਾ ਹੋਣਾ ਸਰਟੀਫਿਕੇਸ਼ਨ ਹੋਣੀ ਹੈ ਵੀ ਪੰਜਾਬ ਦਾ ਇੱਕ ਐਸੀ ਹੈ ਬੰਦਾ ਜਾਂ ਨਹੀਂ? ਮੈਂ ਤੁਹਾਨੂੰ ਦੱਸਦਾ ਜੀ। ਭਾਈ ਇੱਕ ਮੇਰਾ ਵੀ ਇਹਦੇ ਨਾਲ ਸਵਾਲ ਹਾਂਜੀ। ਇਹਨਾਂ ਦੇ ਜਿਹੜੇ ਲੋਕ ਇਕੱਠੇ ਹੁੰਦੇ ਨੇ, ਤੁਸੀਂ ਜਿਨ੍ਹਾਂ ਦੇ ਤੁਸੀਂ ਨਾਮ ਲਏ ਆ, ਹਾਂਜੀ। ਉਹ ਦਰਅਸਲ ਪਹਿਲਾਂ ਇਕੱਠੇ ਸੀਗੇ। ਹਾਂਜੀ। ਉਹ ਆਪਣੇ ਨਿੱਜੀ ਸਵਾਰਥਾਂ ਕਰਕੇ ਸਾਰੇ ਅਲੱਗ ਇਸ ਕਿਸਾਨ ਯੂਨੀਅਨ ਦਿੱਲੀ ਨਾਲ ਲੜ ਲੈਣਗੀਆਂ, ਤੁਸੀਂ ਆਪ ਹੀ ਜਵਾਬ ਦੇ ਦਿਓ, ਨਹੀਂ ਲੜ ਸਕਦੀਆਂ। ਉਹਨਾਂ ਕੋਲੇ ਰਿਸੋਰਸਸ ਨਹੀਂ ਆ, ਉਹਨਾਂ ਕੋਲੇ ਉਸ ਲੈਵਲ ਦਾ ਕੈਡਰ ਨਹੀਂ ਆ। ਜਦੋਂ ਸਿਆਸੀ ਲੜਾਈ ਲੜਨੀ ਹੁੰਦੀ ਆ ਤਾਂ ਕੋਈ ਨਾ ਕੋਈ ਸਿਆਸੀ ਧਿਰ ਚਾਹੀਦੀ ਹੈ ਤੁਹਾਨੂੰ ਲੜਨ ਵਾਸਤੇ, ਹਨਾ। ਪਹਿਲੀ ਗੱਲ ਤਾਂ ਇਹ ਹੈ, ਸਿਆਸੀ ਧਿਰ ਤੋਂ ਬਿਨਾਂ ਇਹ ਲੜਾਈ ਨਹੀਂ ਲੜੀ ਜਾਣੀ, ਔਰ ਉਹ ਵੀ ਸਟਰੋਂਗ ਸਿਆਸੀ ਧਿਰ। ਅੱਜ ਜੇ ਪੰਜਾਬ ਸਰਕਾਰ ਨੇ ਬਿੱਲ ਜਿਹੜੇ ਆਪਣੇ ਵਿਧਾਨ ਸਭਾ 'ਚ ਪੇਸ਼ ਕੀਤੇ ਆ, ਉਹਦਾ ਇੱਕ ਉਹਨਾਂ ਦੀ ਫੇਸ ਸੇਵਿੰਗ ਆ, ਉਹਦਾ ਇਹਨਾਂ ਨੇ ਸੇਵ ਪੈਸੇਜ ਇੱਕ ਅਡਾਪਟ ਕਰਕੇ ਤੇ ਉਹ ਨਿਕਲ ਗਏ ਆ, ਸੰਘਰਸ਼ ਦੇ ਸਾਹਮਣੇ ਝੁਕ ਗਏ ਆ। ਨਾਲ ਇਹ ਵੀ ਕਹਿ ਗਏ ਵੀ ਸਾਡੇ ਕੋਲੇ ਤਾਂ ਸਪੇਸ ਵੀ ਨਹੀਂ ਆ। ਸੋ ਇਹਦਾ ਮਤਲਬ ਤੁਹਾਡੀ ਲੜਾਈ ਦਿੱਲੀ ਨਾਲ ਆ। ਦਿੱਲੀ ਨਾਲ ਜੇ ਪੰਜਾਬ ਸਰਕਾਰ
ਕੈਪਟਨ ਸਾਹਿਬ ਇਹ ਕਹਿੰਦੇ ਮੈਂ ਅਸਤੀਫਾ ਜੇਬ 'ਚ ਨਹੀਂ ਪਾਈ ਫਿਰਦਾ, ਮੈਂ ਕਿਸਾਨਾਂ ਦੇ ਨਾਲ ਇਸ ਜਿਹੜੀ ਸੰਘਰਸ਼ ਮੋਰਚਿਆਂ 'ਚੋਂ ਜਾਂ ਧਰਨਿਆਂ 'ਚੋਂ ਲੜਿਆ ਜਾ ਰਿਹਾ, ਇੱਥੇ ਬੈਠਾ ਆ ਕੇ ਮੈਂ ਆਪਦੀ ਸਾਰੀ ਸਿਆਸੀ ਧਿਰ ਇਹਦੇ 'ਚ ਝੋਕਦਾ, ਅਸੀਂ ਉਹ ਲੜਾਈ ਲੜਦੇ ਹਾਂ। ਪਰ ਇਹ ਬੰਦਿਆਂ ਨੇ, ਇਹਨਾਂ ਨੇ ਪਾਵਰ ਇੰਜੋਏ ਕਰਨੀ ਹੁੰਦੀ ਹੈ 5 ਸਾਲ ਆ ਕੇ, ਇਹਨਾਂ ਨੇ ਇਹ ਲੜਾਈਆਂ ਨਹੀਂ ਲੜਦੀਆਂ। ਸਾਡੇ ਕੋਲੇ ਉਹ ਸਿਆਸੀ ਧਿਰ ਚਾਹੀਦੀ ਆ ਜਿਹੜੀ ਧਰਨਿਆਂ 'ਚ ਮੋਰਚਿਆਂ 'ਚ ਬੈਠ ਕੇ ਸਾਰੀ ਆਪਦੀ ਸਿਆਸਤ ਵੀ ਉੱਥੇ ਝੋਕਦੇ ਵੀ ਅਸੀਂ ਪੰਜਾਬ ਦੇ ਹੱਕਾਂ ਦੀ ਲੜਾਈ ਲੜ ਰਹੇ ਹਾਂ। ਸੋ ਪਹਿਲੀ ਗੱਲ। ਦੂਜੀ ਗੱਲ ਬਰਾੜ ਸਾਹਿਬ ਕੋਲ ਨੂੰ ਦਿੰਨਾ, ਥੋੜੀਆਂ ਗੱਲਾਂ ਬਰਾੜ ਸਾਹਿਬ ਤੁਹਾਡੇ ਨਾਲ ਸਾਂਝੀਆਂ ਕਰਨਗੇ, ਕਿਉਂਕਿ ਸਾਰੀ ਪੰਚਾਇਤ ਹੀ ਗੱਲ ਕਰੇ ਤਾਂ ਮੈਨੂੰ ਲੱਗਦਾ ਵਧੀਆ ਰਹਿੰਦਾ ਜੀ। ਹਾਂਜੀ, ਬਦਲੇ ਦੀ ਰਾਜਨੀਤੀ ਕਰ ਰਹੇ ਨਹੀਂ ਜੀ, ਸੈਂਟਰ ਦਾ ਮੈਂ ਤੁਹਾਨੂੰ ਮਾਨਸਿਕਤਾ ਦੀ ਗੱਲ ਕਰ ਰਿਹਾ ਨਾ। ਆਪਾਂ ਤੁਸੀਂ ਇਸ ਗੱਲ ਨੂੰ ਸਮਝੋ, ਸਾਰਾ ਪੰਜਾਬ ਅੱਜ ਸੜਕਾਂ ਤੇ ਆ, ਧਰਨਿਆਂ ਤੇ ਆ, ਮੋਰਚਿਆਂ 'ਚ ਆ, ਟੋਲ ਪਲਾਜ਼ਿਆਂ ਤੇ ਬੈਠਾ ਜਾਂ ਟ੍ਰੇਨਾਂ ਤੇ ਆਪਦੇ ਧਰਨੇ ਲਾਈ ਬੈਠਾ। ਜਦੋਂ ਸਰਕਾਰ ਦੀ ਮਾਨਸਿਕਤਾ ਦੇਖੋ ਤੁਸੀਂ, ਸਰਕਾਰ ਦੀ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਇਹ ਇੰਟੈਂਸ਼ਨ ਨਹੀਂ ਆ ਵੀ ਅਸੀਂ ਇਹਨਾਂ ਨਾਲ ਗੱਲ ਕਰੀਏ। ਐਂਡ ਆਫ ਦਾ ਡੇ ਤਾਂ ਪੋਲੀਟੀਕਲ ਡਿਪਲੋਮੈਸੀ 'ਚ ਹੀ ਆਉਣੀ ਆ ਨਾ ਗੱਲ, ਤਾਂ ਟੇਬਲ ਤੇ ਹੀ ਨਿਬੜਨੀ ਆ। ਜੇ ਤੁਸੀਂ ਪੋਲੀਟੀਕਲ ਡਿਪਲੋਮੈਸੀ ਨੂੰ ਔਰ ਪੋਲਿਟਿਕਸ 'ਚ ਜੇ ਅਸੀਂ ਡਿਪਲੋਮੈਸੀ ਨੂੰ ਨਹੀਂ ਸਮਝਦੇ ਔਰ ਟੇਬਲ ਤੇ ਬੈਠ ਕੇ ਜੇ ਗੱਲ ਨੂੰ ਕਰਨ ਨੂੰ ਅਸੀਂ ਅੱਗੇ ਨਹੀਂ ਰੱਖਦੇ ਔਰ ਟੇਬਲ ਟਾਕ ਨੂੰ ਤਰਜੀਹ ਨਹੀਂ ਦਿੰਦੇ, ਫਿਰ ਤੁਸੀਂ ਆਪਦੇ ਗੱਲ ਉਹ ਕੀ ਕਰਦੇ ਆ, ਉਹ ਕਹਿੰਦੇ ਤੁਸੀਂ ਬੈਠ ਕੇ ਦਿਖਾਓ, ਅਸੀਂ ਤੁਹਾਨੂੰ ਦੇਖਦੇ ਆ ਤੁਸੀਂ ਕਿਵੇਂ ਬੈਠੋਗੇ। ਮਤਲਬ ਤੁਸੀਂ ਜ਼ਬਰ ਤੇ ਜ਼ੁਲਮ ਨਾਲ ਹੀ ਲੋਕਾਂ ਨੂੰ ਹਟਾਓਗੇ ਨਾ। ਔਰ ਉਹ ਲੋਕ ਕੋਈ ਉਹ ਲੋਕ ਵੱਖਵਾਦੀ ਜਾਂ ਉਹ ਲੋਕ ਅੱਤਵਾਦੀ ਜਾਂ ਟੈਰਰਿਸਟ ਥੋੜੀ ਆ, ਉਹ ਤਾਂ ਕਿਸਾਨ ਆ, ਮਜ਼ਦੂਰ ਆ, ਬੀਬੀਆਂ ਭੈਣਾਂ ਬੈਠੀਆਂ ਸਾਡੇ ਵਰਗੇ ਅੱਜ ਕਿਸੇ ਹੋਰ ਪ੍ਰੋਫੈਸ਼ਨ ਚੋਂ, ਐਕਟਿੰਗ ਚੋਂ, ਸਿੰਗਰਸ, ਹੋਰ ਬੁੱਧੀਜੀਵੀ ਉਹ ਬੈਠੇ ਆ। ਇਹਨਾਂ ਤੇ ਤੁਸੀਂ ਜ਼ਬਰ ਜ਼ੁਲਮ ਕਰੋਗੇ, ਇਹਨਾਂ ਤੇ ਤੁਸੀਂ ਡਾਂਗਾਂ ਭਰਾਓਗੇ, ਇਹਨਾਂ ਤੇ ਤੁਸੀਂ ਆਪਦੀਆਂ ਫੋਰਸਿਸ ਨੂੰ, ਜਿਹੜੀਆਂ ਪੁਲਿਸ ਫੋਰਸ ਜਾਂ ਪੈਰਾਮਿਲਟਰੀ ਫੋਰਸਿਸ ਨੂੰ ਭੇਜੋਗੇ। ਸੋ ਡੈਮੋਕ੍ਰੇਸੀ ਦੀ ਬੇਸਿਕ ਜਿਹੜੀ ਪ੍ਰੋਬਲਮ ਆ ਅਸੀਂ ਜੋ ਡੀਲ ਕਰ ਰਹੇ ਹਾਂ ਉਹ ਸਾਡੇ ਸਮਝ ਆ ਜਾਂਦੀ ਹੈ ਇਸ ਗੱਲ ਤੋਂ। ਹਾਂਜੀ, ਹਾਂਜੀ, ਖੇਤਰੀ ਪਾਰਟੀ ਹੋਣੀ ਚਾਹੀਦੀ ਮਜ਼ਬੂਤ। ਹਾਂਜੀ, ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਮਿਲੂ ਖੇਤਰੀ ਪਾਰਟੀ ਲਈ। ਜੇ ਤੁਸੀਂ ਇਹ ਖਹਿਰਾ ਸਾਹਿਬ ਨੂੰ ਗੱਲ ਕਰਦੇ ਹੋ, ਕਾਹਨੂੰ ਮਤਲਬ ਇੱਕ ਪਾਸੇ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੇ ਨਿਸ਼ਾਨੇ ਮਿਲ ਰਹੇ ਹੋ, ਹਾਂਜੀ, ਦੂਜੇ ਪਾਸੇ ਖਹਿਰਾ ਸਾਹਿਬ ਨਾਲ ਤੁਹਾਡੇ ਹਾਂਜੀ ਮੈਚ ਨਹੀਂ ਕਰਦੀ। ਨਹੀਂ ਜੀ, ਮੈਂ ਤੁਹਾਨੂੰ ਇਹਦਾ ਜਵਾਬ ਦਿੰਦਾ। ਸਾਡੇ ਕੋਲੇ ਖਹਿਰਾ ਸਾਹਿਬ ਵੀ ਆਏ, ਸਾਡੇ ਕੋਲੇ ਡਾਕਟਰ ਗਾਂਧੀ ਵੀ ਆਏ, ਸਾਡੇ ਕੋਲੇ ਬੈਂਸ ਸਾਹਿਬ ਵੀ ਆਏ, ਸਾਡੇ ਕੋਲੇ ਹੋਰ ਵੀ ਬੜੇ ਸੁਹਿਰਦ ਲੋਕ ਆਏ, ਮੋਰਚੇ ਤੇ ਬੋਲ ਕੇ ਗਏ। ਔਨ ਕੈਮਰਾ ਉਹਨਾਂ ਨੇ ਇਹ ਗੱਲ ਕਹੀ, ਅਸੀਂ ਪੰਜਾਬ ਦੇ ਹਿੱਤਾਂ ਲਈ ਇਕੱਠੇ ਹੋਣ ਲਈ ਤਿਆਰ ਹਾਂ। ਔਰ ਖਹਿਰਾ ਸਾਹਿਬ ਨੇ ਇਹ ਗੱਲ ਕਹੀ ਵੀ ਜੇ ਇੱਕ ਲਾਈਨ ਬਣਾ ਲਓ, ਮੈਂ ਉਹ ਲਾਈਨ 'ਚ ਸਭ ਤੋਂ ਪਿੱਛੇ ਖੜਾ ਹੋਊਂਗਾ ਜੇ ਪੰਜਾਬ ਦੇ ਹਿੱਤਾਂ ਦੀ ਗੱਲ ਹੁੰਦੀ ਹੈ ਤਾਂ। ਹੁਣ ਅਗਲੀ ਗੱਲ, ਜਿਹੜੀਆਂ ਪਾਰਟੀਆਂ ਦੀ ਆਪਾਂ ਗੱਲ ਕਰ ਰਹੇ ਹਾਂ, ਕੈਪਟਨ ਸਾਹਿਬ ਕਾਂਗਰਸ ਨਾਲ ਜੁੜੇ ਹੋਏ ਆ, ਉਹ ਕਾਂਗਰਸ ਚੱਲਦਾ, ਉਹਦਾ ਸੰਚਾਲਨ ਦਿੱਲੀ ਤੋਂ ਹੁੰਦਾ, ਆਪ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਇਸੇ ਤਰ੍ਹਾਂ ਬੀਜੇਪੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ। ਜਿਹੜੀ ਪਾਰਟੀ ਦਾ ਸੰਚਾਲਨ ਦਿੱਲੀ ਤੋਂ ਹੁੰਦਾ, ਉਹ ਪਾਰਟੀ ਜੇ ਅਸੀਂ ਕਹੀਏ ਪੰਜਾਬ ਦੇ ਹਿੱਤਾਂ ਦੀ ਗੱਲ ਕਰ ਸਕਦੀ ਆ ਤਾਂ ਇਹ ਅਸੀਂ ਪਿਛਲੇ 73 ਸਾਲਾਂ ਦਾ ਇਤਿਹਾਸ ਦੇਖ ਲਿਆ, ਸਾਡੇ ਕੋਲ ਹਨੇਰਾ ਹੀ ਹਨੇਰਾ ਪਿਆ। ਕੋਈ 1-2 ਸਾਲਾਂ ਦਾ ਹੀ ਚਾਨਣ ਦਿਖਾ ਦਿਓ ਮੈਨੂੰ, ਕਦੇ ਪੰਜਾਬ ਲਈ ਕਿਤੇ ਚਾਨਣ ਹੀ ਹੋਇਆ ਹੋਵੇ। ਜਦੋਂ ਤੱਕ ਸਾਡੇ ਲੋਕ, ਕਿਉਂਕਿ ਲੋਕਾਂ ਦੀ ਮੰਗ ਆ, ਇਹ ਸਾਡੇ 5 ਬੰਦਿਆਂ ਦੀ ਮੰਗ ਨਹੀਂ ਆ, ਲੱਖਾਂ ਕਰੋੜਾਂ ਬੰਦਿਆਂ ਨਾਲ ਜਿਨ੍ਹਾਂ ਨਾਲ ਅਸੀਂ ਮਿਲੇ ਵੀ ਆ, ਜਿਨ੍ਹਾਂ ਨਾਲ ਸਾਡਾ ਰਾਬਤਾ ਹੋਇਆ ਮੋਰਚੇ ਦੌਰਾਨ, ਜਿਨ੍ਹਾਂ ਨਾਲ ਸੋਸ਼ਲ ਮੀਡੀਆ ਤੇ ਸਾਨੂੰ ਸੁਝਾਅ ਭੇਜੇ ਆ, ਉਹਨਾਂ ਦੀ ਮੰਗ ਆ ਵੀ ਪੰਜਾਬ ਨੂੰ, ਪੰਜਾਬ ਦੀ ਸਿਆਸਤ ਦੀ ਜ਼ਰੂਰਤ ਆ, ਪੰਜਾਬ ਦੇ ਸੁਹਿਰਦ ਬੰਦੇ ਇਕੱਠੇ ਹੋ ਕੇ ਪੰਜਾਬ ਦੀ ਸਿਆਸਤ ਘੜਨ ਔਰ ਉਹਨਾਂ ਤੇ ਇੱਕ ਤੁਸੀਂ ਔਰ ਉਹ ਇਕੱਠੇ ਰਹਿਣ। ਇਸ ਗੱਲ ਨੂੰ ਇਨਸ਼ੋਰ ਕਿਵੇਂ ਕੀਤਾ ਜਾਵੇ, ਉਹਨਾਂ ਤੇ ਇੱਕ ਸਮਾਜਿਕ ਕੋਈ ਇਹੋ ਜਿਹੀ ਧਿਰ ਉਹਦਾ ਪਹਿਰਾ ਲਾ ਦਿਓ ਜਿਹੜਾ ਥਿੜਕੇ ਉਹ ਧਿਰ ਉਹਨੂੰ ਬੇਨਕਾਬ ਕਰ ਦੇ, ਤੁਹਾਡੇ ਸਾਹਮਣੇ ਲਿਆ ਦੇ, ਲੋਕਾਂ ਨੂੰ ਪਤਾ ਲੱਗ ਜੂ ਕਿਹੜਾ ਨਿੱਜ ਲਈ ਲੜ ਰਿਹਾ, ਕਿਹੜਾ ਪੰਜਾਬ ਦੇ ਹਿੱਤਾਂ ਲਈ ਲੜ ਰਿਹਾ। ਹਾਂਜੀ, ਮੇਰੇ ਸਾਥੀ ਨੇ ਇੱਕ ਸਵਾਲ ਕੀਤਾ ਹੈ ਕਿ ਇਸ ਤਰ੍ਹਾਂ ਦੇ ਜਿਹੜਾ ਪੀਡੀਏ ਪਹਿਲਾਂ ਵੀ ਬਣਿਆ ਸੀ, ਹਾਂਜੀ, ਪੀਡੀਏ ਤੋਂ ਪਹਿਲਾਂ ਦੀ ਗੱਲ ਕਰੀਏ, ਜਦੋਂ 2017 ਦੀ ਚੋਣਾਂ ਸੀਗੀਆਂ, ਉਸ ਤੋਂ ਪਹਿਲਾਂ ਇੱਕ ਨਵਜੋਤ ਸਿੰਘ ਸਿੱਧੂ ਦੇ ਇੱਕ ਮੰਚ ਵੀ ਤਿਆਰ ਕੀਤਾ ਗਿਆ ਸੀ। ਹਾਂਜੀ, ਉਸ ਮੰਚ ਦੇ ਵਿੱਚ ਸਾਰੇ ਆਗੂ ਸੀਗੇ ਜਿਹੜੇ ਤੁਸੀਂ ਨਾਮ ਗਿਣਾਏ ਹੈ। ਹਾਂਜੀ, ਉਹ ਮੰਚ ਉਸ ਵੇਲੇ ਇਕੱਠਾ ਨਹੀਂ ਹੋਇਆ, ਦੂਸਰਾ ਪੀਡੀਏ ਵਾਲੇ ਟਾਈਮ ਨਹੀਂ ਇਕੱਠਾ ਹੋਇਆ। ਹੁਣ ਤੁਸੀਂ ਕਿਵੇਂ ਸੋਚ, ਮੈਂ ਤੁਹਾਨੂੰ ਦੱਸਦਾ ਜੀ, ਮੈਂ ਤੁਹਾਨੂੰ ਦੱਸਦਾ। ਆਪਣੇ ਪੋਲੀਟੀਕਲ ਉਹ ਹੈਗੇ। ਹਾਂਜੀ, ਹਾਂਜੀ, ਇਹਦਾ ਸਭ ਤੋਂ ਵੱਡੀ ਗੱਲ ਹੈ ਨਾ, ਦੇਖੋ ਤੁਸੀਂ ਲੋਕਾਂ ਦਾ ਅਹਿਸਾਸ ਸਮਝੋ। ਅੱਜ ਪੰਜਾਬ 'ਚ ਬਹੁਤ ਵੱਡਾ ਇੱਕ ਖਲਾ ਆ ਗਿਆ, ਵੈਕਿਊਮ ਕ੍ਰੀਏਟ ਹੋ ਗਿਆ ਪੰਜਾਬ ਦੀ ਰਾਜਨੀਤੀ 'ਚ। ਕਾਂਗਰਸ ਨੂੰ
ਲੋਕਾਂ ਨੇ ਹਜੇ ਕਾਂਗਰਸ ਆਪਣੇ ਇੱਥੇ ਪਾਵਰ 'ਚ ਆ, ਉਹਨਾਂ ਨੂੰ ਨਕਾਰਤਾ। ਅਕਾਲੀ ਦਲ ਕਿਤੇ ਨਾ ਕਿਤੇ ਡਿਸਕ੍ਰੈਡਿਟ ਹੋ ਚੁੱਕਿਆ, ਲੋਕ ਉਹ ਤੋਂ ਪਾਸੇ ਹੋ ਚੁੱਕੇ ਆ। ਹੋਰ ਸਾਡੇ ਕੋਲੇ ਸਾਡੀ ਕੋਈ ਸਿਆਸਤੀ ਨਹੀਂ ਆ, ਆਪ ਆਈ ਸੀ ਪਰ ਆਪ ਕਿਵੇਂ ਬਿਖਰ ਗਈ, ਖਿੰਡਰ ਗਈ ਸਾਡੇ ਸਾਹਮਣੇ ਆ। ਸੋ ਐਡਾ ਵੱਡਾ ਵੈਕਿਊਮ ਕ੍ਰੀਏਟ ਹੋਣਾ ਫਿਰ ਕਦੇ ਵੀ ਪੰਜਾਬ ਕੋਲੇ ਮੰਚ ਨਹੀਂ ਸੀ। ਇਸ ਐਜੀਟੇਸ਼ਨ ਨੇ, ਕਿਸਾਨਾਂ ਦੀ ਐਜੀਟੇਸ਼ਨ ਨੇ, ਮਜ਼ਦੂਰਾਂ ਦੀ ਐਜੀਟੇਸ਼ਨ ਨੇ ਇੱਕ ਮੰਚ ਦਿੱਤਾ। ਉਹ ਮੰਚ ਪਹਿਲਾਂ ਕਿਸੇ ਅੰਦੋਲਨ ਚੋਂ ਨਹੀਂ ਨਿਕਲਿਆ। ਤੁਸੀਂ ਇਹ ਦੇਖੋ, ਜਿਹੜੇ ਜਿਹੜੇ ਆਗੂਆਂ ਨੇ ਇਹ ਕਿਹਾ ਸੀ ਇਕੱਠੇ ਹੋ ਰਹੇ ਆ, ਉਹ ਇੱਕ ਸਹਿ ਸੁਭਾਅ ਗੱਲ ਸੀ, ਕਿਸੇ ਦੇ ਮਨ 'ਚ ਆਈ ਉਹਨੇ ਕਰ ਲਈ, ਪਰ ਐਡਾ ਵੱਡਾ ਐਜੀਟੇਸ਼ਨ ਦਾ ਮੰਚ ਕਦੇ ਨਹੀਂ ਮਿਲਿਆ। ਔਰ ਇਸ ਮੰਚ ਤੋਂ ਸਾਨੂੰ ਕਿਸਾਨਾਂ 'ਚ ਜਿਹੜੇ ਮੋਰਚਿਆਂ 'ਚ ਬੋਲ ਕੇ ਗਏ ਆ, ਕੁਝ ਰੂਹਾਂ ਬੋਲ ਕੇ ਗਈਆਂ, ਉਹ ਪੋਲੀਟੀਕਲ ਮੇਨ ਸਟ੍ਰੀਮ ਪੋਲੀਟਿਕਸ 'ਚ ਚਾਹੇ ਨਾ ਹੋਣ, ਉੱਥੋਂ ਲੀਡਰ ਮਿਲਣਗੇ। ਸ਼ੰਭੂ ਮੋਰਚੇ 'ਚ ਤੁਹਾਨੂੰ ਲੀਡਰ ਮਿਲਣਗੇ, ਸਾਡੇ ਮੇਨ ਸਟ੍ਰੀਮ ਪੋਲੀਟੀਕਲ ਲੀਡਰ ਜਿਹੜੇ ਆਲਰੇਡੀ ਇਸ ਫੀਲਡ 'ਚ ਆ, ਉਹਨਾਂ 'ਚ ਤੁਹਾਨੂੰ ਲੀਡਰ ਮਿਲਣਗੇ। ਨਾਲ ਦੀ ਨਾਲ ਅਸੀਂ ਇਹ ਕਹਿ ਰਹੇ ਹਾਂ, ਇਹ ਕਦੇ ਨਹੀਂ ਹੋਇਆ ਸੀ ਅੱਜ ਤੋਂ ਪਹਿਲਾਂ ਵੀ ਕਿਸੇ ਨਾਲ ਸਮਾਜਿਕ ਧਿਰ ਦੀ ਗੱਲ ਕੀਤੀ ਹੋਵੇ ਜਿਨ੍ਹਾਂ ਨੇ ਕਦੇ ਵੀ ਪੋਲੀਟਿਕਸ 'ਚ, ਮੇਨ ਸਟ੍ਰੀਮ ਪੋਲੀਟਿਕਸ 'ਚ ਪਾਰਟ ਨਾ ਲੈਣਾ, ਜਾਂ ਉਹ ਬੰਦੇ ਜਿਹੜੇ ਉੱਥੇ ਜਾ ਕੇ ਖੜੇ ਹੋ ਜਾਣਗੇ ਉਹ ਮੇਨ ਸਟ੍ਰੀਮ ਪੋਲੀਟਿਕਸ 'ਚ ਨਹੀਂ ਆਉਣਗੇ। ਉਹ ਬੰਦੇ ਇਹ ਗੱਲ ਪਹਿਲੀ ਵਾਰੀ ਆਪਾਂ ਕਰ ਰਹੇ ਹਾਂ ਵੀ ਦੋ ਧਿਰਾਂ ਕੱਢੋ, ਇੱਕ ਸਮਾਜਿਕ ਇਨਕਲਾਬ ਵਾਲੀ ਕੱਢੋ, ਇੱਕ ਪੋਲੀਟੀਕਲ ਜਾਂ ਰਾਜਸੀ ਇਨਕਲਾਬ ਜਾਂ ਸਿਆਸੀ ਇਨਕਲਾਬ ਵਾਲੀ ਕੱਢੋ। ਜਦੋਂ ਸਮਾਜਿਕ ਇਨਕਲਾਬ ਵਾਲੀ ਧਿਰ ਰਾਜਸੀ ਇਨਕਲਾਬ ਵਾਲਿਆਂ ਤੇ ਪਹਿਰਾ ਦੇਊਗੀ, ਫਿਰ ਉਹ ਥਿਰਕਣਗੇ ਨਹੀਂ। ਉਹਨਾਂ ਨੂੰ ਵੀ ਤਾਂ ਡਰ ਆ ਨਾ, 2022 ਤੱਕ ਤਾਂ ਨਹੀਂ ਥਿਰਕਣ ਦਿੰਦੇ ਜਿਹੜੇ ਆ ਗਏ। ਹਾਂਜੀ, ਮੈਂ ਤੁਹਾਨੂੰ ਦੋਨੇ ਗੱਲਾਂ ਦਾ ਜਵਾਬ ਦਿੰਦਾ ਜੀ। ਅਸੀਂ ਜਦੋਂ ਸਮਾਜ ਦੀ ਗੱਲ ਕਰਦੇ ਹਾਂ, ਸਮਾਜ ਦੀ ਬਣਤਰ ਕਿਸੇ ਨਾ ਕਿਸੇ ਸਿਧਾਂਤ ਤੇ ਖੜੀ ਹੁੰਦੀ ਹੈ। ਸਾਡੇ ਸਮਾਜ ਦੀ ਬਣਤਰ ਅਸੀਂ ਕਹਿ ਲਈਏ ਧਰਮ ਦੇ ਸਿਧਾਂਤ ਤੇ ਖੜੀ ਆ। ਇਹ ਗੱਲ ਤੋਂ ਅਸੀਂ ਮੁਨਕਰ ਨਹੀਂ ਹੋ ਸਕਦੇ। ਗੁਰੂ ਨਾਨਕ ਸਾਹਿਬ ਦੇ ਫਲਸਫੇ ਤੇ ਖੜੀ ਆ, ਜਾਂ ਹਿੰਦੂ ਧਰਮ ਦੇ ਸਿਧਾਂਤ ਤੇ ਖੜੀ ਆ, ਕਿਉਂਕਿ ਸਾਰੇ ਵਰਗ ਸਾਡੇ ਇੱਥੇ ਰਹਿੰਦੇ ਆ, ਜਾਂ ਭਗਤ ਰਵਿਦਾਸ ਜੀ ਦੇ ਸਿਧਾਂਤ ਤੇ ਖੜੀ ਆ, ਭਗਤ ਕਬੀਰ ਜੀ ਦੇ ਸਿਧਾਂਤ ਤੇ ਖੜੀ ਆ, ਕਿਸੇ ਨਾ ਕਿਸੇ ਸਿਧਾਂਤ ਤੇ ਖੜੀ ਆ। ਇਹ ਆਪਾਂ ਇਸ ਗੱਲ ਤੋਂ ਤਾਂ ਮੁਨਕਰ ਨਹੀਂ ਹੋ ਸਕਦੇ, ਇਸ ਗੱਲ ਨਾਲ ਅਸੀਂ ਸਾਰੇ ਸਹਿਮਤ ਹਾਂ। ਫਿਰ ਇੱਕ ਮਿੰਟ ਬਾਈ ਜੀ, ਨਹੀਂ ਇੱਕ ਮਿੰਟ, ਉਹਦੇ ਤੇ ਆਉਣੇ ਆ, ਪਹਿਲਾਂ ਇਸ ਗੱਲ ਤੇ ਆਈਏ। ਜਦੋਂ ਸਮਾਜ ਦੀ ਗੱਲ ਕੀਤੀ ਜਾਂਦੀ ਹੈ ਤਾਂ ਧਰਮ ਦੀ ਗੱਲ ਆਪੇ ਆ ਜਾਂਦੀ ਹੈ। ਹੁਣ ਰਾਜ ਬਿਨਾਂ ਨਾ ਧਰਮ ਚਲੇ ਹੈ, ਔਰ ਧਰਮ ਬਿਨਾਂ ਸਭ ਦਲੇ ਮਲੇ ਹੈ। ਇਹ ਗੱਲ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਸਮਾਜ ਜਿਹੜੇ ਸਿਧਾਂਤ ਤੇ ਖੜਾ, ਉਹ ਸਿਧਾਂਤ ਤੇ ਸਮਾਜ ਨੂੰ ਵਾਪਸ ਲਿਆਉਣਾ ਪੈਣਾ। ਅਸੀਂ ਕਿਰਦਾਰ ਬਹੁਤ ਵੱਡੇ ਸਾਡੇ ਡਿੱਗ ਚੁੱਕੇ ਆ, ਕਿਰਦਾਰਾਂ 'ਚ ਕੈਰੈਕਟਰ ਇਰੋਜਨ ਹੋ ਚੁੱਕੀ ਆ। ਜਦੋਂ ਤੱਕ ਅਸੀਂ ਉਹ ਕਿਰਦਾਰ ਨਹੀਂ ਘੜਦੇ, ਦੇਖੋ ਸਮਾਜਿਕ ਇਨਕਲਾਬ ਦਾ ਮਤਲਬ ਇਹ ਵੀ ਹੈ ਨਾ, ਜਦੋਂ ਤੱਕ ਉਹ ਕਿਰਦਾਰ ਨਹੀਂ ਘੜਦੇ ਅਸੀਂ ਚੰਗੇ ਆਗੂ ਕਿਵੇਂ ਪੈਦਾ ਕਰ ਲਾਂਗੇ। ਪਰ ਕਿਤੋਂ ਸ਼ੁਰੂਆਤ ਤਾਂ ਕਰਨੀ ਪਊ ਨਾ। ਜੇ ਅਸੀਂ ਕਹੀਏ ਸ਼ੁਰੂਆਤ ਅੱਜ ਤੋਂ 10 ਸਾਲ ਬਾਅਦ ਹੋ ਜੂਗੀ, ਸ਼ੁਰੂਆਤ ਅੱਜ ਕਿਉਂ ਨਹੀਂ ਹੋ ਸਕਦੀ? ਐਡੀ ਵੱਡੇ ਅੰਦੋਲਨ 'ਚੋਂ, ਐਡੀ ਵੱਡੇ ਐਜੀਟੇਸ਼ਨ 'ਚੋਂ ਕਿਉਂ ਨਹੀਂ ਹੋ ਸਕਦੀ? ਦੇਖੋ ਮੈਂ ਇੱਕ ਗੱਲ ਕਲੀਅਰ ਕਰਦਾ, ਅੱਜ ਹੋ ਸਕਦਾ ਮੈਂ ਸੰਘਰਸ਼ ਜਿਹੜੀ ਪੋਲੀਟਿਕਸ ਆ ਉਹ ਲੜ ਸਕਦਾ ਹੋਵਾਂ, ਮੇਰੇ ਕੋਲੇ ਉਸ ਲਈ ਟੈਂਪਰਾਮੈਂਟ ਹੋਵੇ। ਮੇਨ ਸਟ੍ਰੀਮ ਪੋਲੀਟਿਕਸ ਦਾ ਟੈਂਪਰਾਮੈਂਟ ਮੇਰੇ ਕੋਲੇ ਨਹੀਂ ਆ। ਮੈਂ ਸਮਾਜਿਕ ਸੰਘਰਸ਼ ਵਾਲੇ ਪਾਸੇ ਖੜਾ, ਮੈਂ ਮੇਨ ਸਟ੍ਰੀਮ ਪੋਲੀਟਿਕਸ ਵਾਲੇ ਪਾਸੇ ਨਹੀਂ ਖੜਾ। ਇਹ ਗੱਲ ਤੁਸੀਂ ਕਲੀਅਰ ਕਰ ਲਓ। ਔਰ ਇਹ ਗੱਲ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਮੈਂ ਜੇ ਆਪਦੇ ਆਪ ਨਾਲ ਜਾਂ ਤੁਹਾਡੇ ਨਾਲ ਬੇਈਮਾਨ ਹੋ ਜਾਊਂਗਾ, ਫਿਰ ਮੈਂ ਵੀ ਇੱਕ ਬੇਈਮਾਨ ਬੰਦਾ ਜਾਂ ਬੇਈਮਾਨ ਰਾਜਸੀ ਆਗੂ ਬਣੂੰਗਾ। ਅੱਜ ਤਾਂ ਮੇਰੇ ਕੋਲੇ ਉਹ ਟੈਂਪਰਾਮੈਂਟ ਹੈ ਨਹੀਂ, ਮੈਂ ਮੇਨ ਸਟ੍ਰੀਮ ਪੋਲੀਟਿਕਸ 'ਚ ਆ ਕੇ ਉਹਨੂੰ ਹੈਂਡਲ ਕਰ ਸਕਾਂ। ਮੈਂ ਸਮਾਜਿਕ ਹਾਂਜੀ ਸ਼ੰਭੂ ਮੋਰਚੇ ਨੂੰ ਲੈ ਕੇ ਲਗਾਤਾਰ ਮੈਨੂੰ ਜਵਾਬ ਹਾਂਜੀ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਆ ਮੋਰਚਾ ਲਾਇਆ ਗਿਆ ਹੈ। ਹਾਂਜੀ। ਇਸ ਮੋਰਚੇ ਦੇ ਵਿੱਚ ਤੁਹਾਡੇ ਟੈਂਟ ਦੇ ਨਾਲ ਇੱਕ ਹੋਰ ਟੈਂਟ ਲੱਗਿਆ ਹੈ ਜਿਸ ਦੇ ਵਿੱਚ ਲਗਾਤਾਰ ਖਾਲਿਸਤਾਨ ਦੇ ਨਾਰੇ ਲੱਗਦੇ ਨੇ। ਹਾਂਜੀ, ਖਾਲਿਸਤਾਨ ਦੇ ਝੰਡੇ ਜਿਹੜੇ ਨੇ ਉਹ ਬੁਲੰਦ ਕੀਤੇ ਜਾਂਦੇ ਨੇ। ਹਾਂਜੀ। ਤੇ ਇਸ ਮੋਰਚੇ ਨੂੰ ਤੁਸੀਂ ਕਿਸ ਲਹਿਜ਼ੇ ਨਾਲ ਲੈ ਰਹੇ ਹੋ? ਕਿਆ ਕਿਸਾਨਾਂ ਦੇ ਸਮਰਥਨ ਦੇ ਵਿੱਚ ਹੈ ਜਾਂ ਫਿਰ ਵਾਕਿਆ ਦੇ ਵਿੱਚ ਕਿਸਾਨਾਂ ਦੇ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਤੁਸੀਂ ਅੜ ਤੋਂ ਬੈਠੇ ਹੋ? ਦੇਖੋ ਚਾਹੇ ਕਿਸਾਨਾਂ ਦਾ ਮੋਰਚਾ ਹੋਵੇ, ਚਾਹੇ ਬਰਗਾੜੀ ਦਾ ਮੋਰਚਾ ਹੋਵੇ, ਚਾਹੇ ਸਰਬੱਤ ਖਾਲਸਾ ਹੋਵੇ, ਕਿਸੇ ਨਾ ਕਿਸੇ ਮਸਲੇ ਨੂੰ ਲੈ ਕੇ, ਕਿਸੇ ਨਾ ਕਿਸੇ ਗੁੱਸੇ ਦਾ ਜਿਹੜਾ ਉਭਾਰ ਲੋਕਾਂ ਦੇ ਮਨਾਂ 'ਚ ਜਿਹੜਾ ਗੁੱਸਾ ਪਿਆ ਹੁੰਦਾ ਉਹਦਾ ਪ੍ਰਗਟਾਵਾ ਹੀ ਹੁੰਦਾ। ਅੰਦੋਲਨ ਤਾਂ ਉੱਥੋਂ ਹੀ ਉੱਠਦਾ, ਪਰ ਉਹ ਅੰਦੋਲਨ 'ਚ ਕਦੇ ਵੀ ਇੱਕ ਮਸਲਾ ਨਹੀਂ ਹੁੰਦਾ, ਬਹੁਤ ਪੱਖੀ ਹੁੰਦਾ ਅੰਦੋਲਨ। ਉਹਦੇ 'ਚ ਬੜੇ ਮਸਲੇ ਹੁੰਦੇ ਆ ਜਿਨ੍ਹਾਂ ਨੂੰ ਵਿਚਾਰਨਾ ਪੈਂਦਾ ਹੁੰਦਾ। ਅੱਜ ਸਾਨੂੰ 25-30 ਦਿਨ ਹੋ ਗਏ ਇਸ ਅੰਦੋਲਨ ਦਾ ਪਾਰਟ ਬਣੇ ਹੋਏ, ਕਿਤੇ ਇੱਕ ਵੀ ਇਹੋ ਜਿਹੀ ਘਟਨਾ, ਕਿਤੇ ਇੱਕ ਵੀ ਇਹੋ ਜਿਹਾ ਇਨਸੀਡੈਂਟ ਹੋਇਆ ਹੋਵੇ ਜਦੋਂ ਅਸੀਂ ਕਿਸਾਨਾਂ ਦੇ ਅੰਦੋਲਨ ਨੂੰ ਲੀਹ ਤੋਂ ਲਾਇਆ ਹੋਵੇ? ਉਹਨਾਂ ਦੇ ਨਾਲ ਖੜੇ ਆ।
ਅੱਜ ਵੀ ਖੜੇ ਆ, ਕੱਲ ਵੀ ਖੜੇ ਰਹਾਂਗੇ। ਕੱਲ ਜਾ ਕੇ ਵੀ ਔਰ ਅਗਲੀ ਗੱਲ, ਜਦੋਂ ਕੋਈ ਆਪਾਂ ਕੋਈ ਥਿਊਰੀ ਦੇ ਰਹੇ ਹਾਂ ਜਾਂ ਜਦੋਂ ਉਹਦਾ ਨੈਰੇਟਿਵ ਦੇ ਰਹੇ ਹਾਂ, ਉਦੋਂ ਡੈਮੋਕ੍ਰੇਸੀ ਨੂੰ ਪ੍ਰੋਟੈਕਟ ਕਰਨ ਵਾਲਾ ਜਿਹੜਾ ਫੈਡਰਲ ਸਿਸਟਮ 1947 ਚ ਸਾਡੇ ਸੰਵਿਧਾਨ ਨੇ ਕ੍ਰੀਏਟ ਕੀਤਾ ਸੀ, ਉਹਨੂੰ ਪ੍ਰੋਟੈਕਟ ਕਰਨ ਦੀ ਗੱਲ ਕਰ ਰਹੇ ਹਾਂ। ਉਹਨੂੰ ਤਰਮੀਮਾਂ ਕਰ ਸੈਂਟਰ ਸਰਕਾਰ ਸਮੇਂ ਤੋਂ ਉਹਨਾਂ ਨੇ ਫੈਡਰਲ ਦੀ ਜਗ੍ਹਾ ਉਹਨੂੰ ਸੈਂਟਰਲਾਈਜ਼ ਕਰ ਲਿਆ। ਸੈਂਟਰਲਾਈਜ਼ ਕਰਕੇ ਅੱਜ ਅਸੀਂ ਫਾਰਸ਼ੀਵਾਦ ਸਰਕਾਰ ਦੀ ਗੱਲ ਕਰਦੇ ਹਾਂ। ਕਿਉਂ ਕਰਦੇ ਹਾਂ? ਕਿਉਂਕਿ ਸਾਰੀ ਪਾਵਰ ਸੈਂਟਰਲਾਈਜ਼ ਹੋ ਚੁੱਕੀ ਹੈ। ਅਸੀਂ ਤਾਂ ਉਸ ਫੈਡਰਲ ਢਾਂਚੇ ਨੂੰ ਪ੍ਰੋਟੈਕਟ ਕਰ ਰਹੇ ਹਾਂ। ਹੁਣ ਕਿਵੇਂ ਕਰ ਰਹੇ ਹਾਂ? ਤੁਸੀਂ ਦੇਖੋ, ਮਾਡਰਨਾਈਜੇਸ਼ਨ ਦੀ ਗੱਲ ਕਰਦੇ ਹਾਂ ਜਾਂ ਮਾਡਰਨਿਟੀ ਦੀ ਗੱਲ ਕਰਦੇ ਹਾਂ। ਅਸੀਂ ਅੱਜ ਕੈਨੇਡਾ ਕੋਲੇ ਹਰ ਸਟੇਟ ਕੋਲੇ ਵੱਖਰੇ ਵੱਖਰੇ ਝੰਡੇ ਆ। ਕੈਨੇਡਾ ਟੁੱਟ ਗਿਆ, ਉਹਨਾਂ 'ਚ ਵੱਖਵਾਦ ਆ ਗਿਆ, ਔਰ ਫਿਰ ਵੀ ਕੈਨੇਡਾ ਇੱਕ ਯੂਨੀਅਨ ਦਾ ਪਾਰਟ ਆ। ਅਮਰੀਕਾ ਦੇ ਹਰ ਸਟੇਟ ਕੋਲੇ ਜੇ ਤੁਸੀਂ ਦੇਖੋਗੇ, ਉਹਨਾਂ ਦੀ ਕਨਸਟੀਟਿਊਸ਼ਨ ਪੜ੍ਹੋਗੇ ਤਾਂ ਸਟੇਟ ਲਾਜ਼ ਆ ਜਿਹੜੇ ਦੇ ਆਰ ਮਚ ਸਟਰੋਂਗਰ ਦੈਨ ਦ ਲਾਜ਼ ਆਫ ਦ ਯੂਨੀਅਨ, ਐਂਡ ਵੇਅਰਐਵਰ ਦੇਰ ਇਜ਼ ਅ ਕਨਫਲਿਕਟ ਸਟੇਟ ਲਾਜ਼ ਪ੍ਰੀਵੇਲ ਓਵਰ ਦ ਯੂਨੀਅਨ ਲਾਜ਼। ਇਹ ਹੁੰਦਾ ਫੈਡਰਲ ਸਟਰਕਚਰ। ਸੋ ਅਗਲੀ ਗੱਲ, ਆਪਾਂ ਯੂਰਪ ਸਿਵਲਾਈਜੇਸ਼ਨ ਸਭ ਤੋਂ ਓਲਡੈਸਟ ਸਿਵਲਾਈਜੇਸ਼ਨ ਆ, ਇਵੋਲਵ ਹੋਈ ਸਿਵਲਾਈਜੇਸ਼ਨ ਆ। ਜਦੋਂ ਤੱਕ ਤੁਸੀਂ ਦੇਖੋ ਸਵਿਟਜ਼ਰਲੈਂਡ ਦੀ ਐਗਜ਼ਾਮਪਲ ਆ, 22 ਉੱਥੇ ਜਿਹੜੇ ਕੈਂਟੋਜ਼ ਆ ਸਵਿਟਜ਼ਰਲੈਂਡ 'ਚ, ਔਰ ਉਹਨਾਂ ਦਾ ਮੋਟੋ ਹੀ ਸਵਿਟਜ਼ਰਲੈਂਡ ਦਾ ਇਹ ਆ, ਸਮਾਲ ਇਜ਼ ਬਿਊਟੀਫੁਲ। ਜਿਹੜਾ ਕੋਈ 100-200 ਬੰਦੇ ਵੀ ਖੜੇ ਹੋ ਜਾਂਦੇ ਆ, ਉਹ ਕਹਿੰਦੇ ਅਸੀਂ ਵੱਖ ਆ, ਉਹ ਕਹਿੰਦੇ ਲੈ ਲਓ, ਇਹਦੇ 'ਚ ਕੀ ਪ੍ਰੋਬਲਮ ਆ? ਸੋ ਜਦੋਂ ਤੱਕ ਉਹ ਮਾਡਲ ਰੈਪਲੀਕੇਟ ਨਹੀਂ ਹੋਣਗੇ, ਅਸੀਂ ਫੈਡਰਲ ਸੈਂਟਰ ਸਟੇਟ ਰਿਲੇਸ਼ਨਸ਼ਿਪ ਨੂੰ ਅਸੀਂ ਡੀਡਿਫਾਈਨ ਨਹੀਂ ਕਰਾਂਗੇ। ਤੁਸੀਂ ਕਹੋ ਜੇ ਅਸੀਂ, ਪਰ ਹੁਣ ਸਾਨੂੰ ਉਲਝਾਉਣਾ ਤਾਂ ਜਿਹੜੇ ਮਰਜ਼ੀ ਪਾਸੇ ਉਲਝਾ ਲਓ। ਖਾਲਿਸਤਾਨ ਤੇ ਇਹ ਸਰਕਾਰਾਂ ਉਲਝਾਉਂਦੀਆਂ। ਖਾਲਿਸਤਾਨ ਦੀ ਗੱਲ ਕਿਉਂ ਆਉਂਦੀ ਆ? ਤੁਸੀਂ ਅਨੰਦਪੁਰ ਸਾਹਿਬ ਮਤਾ ਪੜ੍ਹ ਲਓ, ਸਿਰਫ ਖੁਦਮੁਖਤਿਆਰੀ ਦੀ ਗੱਲ ਸੀ, ਔਰ ਉਹ ਕਹਿੰਦੇ ਸੀ ਇਕੱਲੇ ਪੰਜਾਬ ਨੂੰ ਨਾ ਦਿਓ, ਸਾਰੇ ਸੂਬਿਆਂ ਨੂੰ ਦਿਓ। ਇਹਨਾਂ ਨੇ ਵਾਇਲੈਂਸ ਵੱਲ ਧੱਕਤਾ। ਉੱਥੇ ਪੋਲੀਟੀਕਲ ਡਿਪਲੋਮੇਸੀ ਨਹੀਂ ਹੋ ਸਕਦੀ ਸੀ। ਤੁਹਾਨੂੰ ਲੱਗਦਾ ਜਿਹੜੇ ਸਿੰਘ ਉੱਥੇ ਲੜੇ ਆ, ਜਿਹੜੇ ਖਾੜਕੂ ਸਿੰਘ ਲੜੇ ਆ, ਉਹਨਾਂ ਨਾਲ ਟੇਬਲ ਤੇ ਨਹੀਂ ਬੈਠ ਸਕਦੇ ਸੀ? ਕਿਸੇ ਵੀ ਸੰਘਰਸ਼ ਦੀ ਕਲਮੀਨੇਸ਼ਨ ਤਾਂ ਟੇਬਲ ਤੇ ਆ ਨਾ, ਪੋਲੀਟੀਕਲ ਡਿਪਲੋਮੇਸੀ ਤੇ ਹੈ ਨਾ। ਸਰਕਾਰਾਂ ਨੂੰ ਮਜਬੂਰ ਕਰਨ ਵਾਸਤੇ ਸੰਘਰਸ਼ ਲੜੇ ਜਾਂਦੇ ਆ ਵੀ ਇੱਕ ਮਿੰਟ, ਵੀ ਉਹ ਟੇਬਲ ਤੇ ਆਉਣ ਤੇ ਟੇਬਲ ਤੇ ਆ ਕੇ ਸਾਡੇ ਨਾਲ ਉਹ ਗੱਲਬਾਤ ਕਰਨ। ਕਦੇ ਸਰਕਾਰਾਂ ਗੱਲ ਹੀ ਨਹੀਂ ਕਰਦੀਆਂ। ਹਾਂਜੀ, ਤੁਸੀਂ ਇਸ ਗੱਲ ਦਾ ਸਮਰਥਨ ਕਰਦੇ ਹੋ ਕਿ ਸੂਬੇ ਦੇ ਅਧਿਕਾਰਾਂ ਦੀ ਜੇਕਰ ਰੱਖਿਆ ਕਰਨੀ ਹੈ ਤੇ ਖਾਲਿਸਤਾਨ ਆਖਰੀ ਆਪਸ਼ਨ ਹੈ? ਨਹੀਂ ਜੀ, ਨਹੀਂ। ਦੇਖੋ, ਇਹ ਗੱਲ ਤੁਸੀਂ ਕਿਤੇ ਹੋਰ ਲੈ ਕੇ ਜਾ ਰਹੇ ਹੋ। ਗੱਲ ਪਤਾ ਕਿੱਥੋਂ ਨਿਕਲਦੀ ਆ? ਗੱਲ ਉੱਥੋਂ ਨਿਕਲਦੀ ਆ ਜਦੋਂ ਤੁਹਾਡੇ ਕੋਲੋਂ ਤੁਹਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਂਦੇ ਆ। ਤੁਹਾਨੂੰ ਬੋਲਣ ਦਾ ਹੱਕ ਨਹੀਂ, ਤੁਹਾਨੂੰ ਸੋਚਣ ਦਾ ਹੱਕ ਨਹੀਂ, ਤੁਹਾਨੂੰ ਲਿਖਣ ਦਾ ਹੱਕ ਨਹੀਂ, ਤੁਹਾਨੂੰ ਖਾਣ ਦਾ ਪਹਿਨਣ ਦਾ ਹੱਕ ਨਹੀਂ। ਤੁਹਾਡੀ ਸਰਕਾਰ ਕੀ ਕਰਦੀ ਆ? ਸਟੇਟ ਕੀ ਕਰ ਰਹੀ ਆ? ਦੇਖੋ, ਸਟੇਟ ਤੁਹਾਨੂੰ ਫਿਜ਼ੀਕਲੀ ਕਨਫਾਈਨਮੈਂਟ 'ਚ ਜਾਂ ਕਨਫਾਈਨ ਕਰਕੇ ਨਹੀਂ ਰੱਖਦੀ। ਉਹਨਾਂ ਨੂੰ ਪਤਾ ਫਿਜ਼ੀਕਲੀ ਤਾੜਨ ਵਾਸਤੇ ਅਸੀਂ ਜੇਲ੍ਹਾਂ 'ਚ, ਥਾਣਿਆਂ 'ਚ ਰੱਖਾਂਗੇ, ਬਹੁਤ ਵੱਡੇ ਇਨਫਰਾਸਟ੍ਰਕਚਰ ਤੇ ਵੱਡੀ ਇਨਵੈਸਟਮੈਂਟ ਦੀ ਜ਼ਰੂਰਤ ਆ। ਇਹਨਾਂ ਨੂੰ ਮਾਨਸਿਕ ਤੌਰ ਤੇ ਫੜੋ। ਅੱਜ ਆ ਜਿਹੜੇ ਸਾਡੇ ਹੱਥਾਂ 'ਚ ਮੋਬਾਈਲ ਦਿੱਤੇ ਹੋਏ ਆ, ਇਹ ਉਹਨਾਂ ਨੇ ਮਾਨਸਿਕ ਤੌਰ ਤੇ ਹੀ ਸਾਡੇ ਤੇ ਗਲਬਾ ਪਾਇਆ ਹੋਇਆ ਨਾ। ਇੱਕ ਮੂਵਮੈਂਟ ਦੀ, ਇੱਕ ਚੀਜ਼ ਦੀ ਉਹਨਾਂ ਨੂੰ, ਤੁਹਾਡੇ 'ਚ ਕਿੱਥੇ ਜਾ ਰਹੇ ਹੋ, ਕੀ ਸੋਚ ਰਹੇ ਹੋ, ਕੀ ਇੰਟਰਸਟ ਆ, ਹਰ ਚੀਜ਼ ਦੀ ਖਬਰ। ਹੁਣ ਜਦੋਂ ਸਾਡੇ ਤੋਂ ਸਾਡੇ ਫੰਡਾਮੈਂਟਲ ਰਾਈਟਸ ਲੈ ਲਏ ਜਾਣਗੇ, ਮਾਨਸਿਕ ਗਲਬੇ ਸਾਡੇ ਤੇ ਪਾਏ ਜਾਣਗੇ, ਪੰਜਾਬ ਨੂੰ ਪੰਜਾਬ ਦੇ ਹੱਕ ਲੈਣ ਦੇ ਹੀ ਫੈਸਲੇ ਨਹੀਂ ਆ, ਜਿਹੜੇ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਨਹੀਂ ਆ, ਜਦੋਂ ਤੁਹਾਨੂੰ ਧੱਕਦਾ ਇੱਕ ਕਾਰਨਰ 'ਚ, ਤੁਸੀਂ ਉਦੋਂ ਆਪਦੀ ਖੁਦਮੁਖਤਿਆਰੀ ਦੀ ਗੱਲ ਕਰੋਗੇ। ਅਸੀਂ ਉਹੀ ਕਰ ਰਹੇ ਹਾਂ ਨਾ। ਅੱਜ ਕਿੱਥੇ ਆ ਕੇ ਬਹਿ ਗਏ ਆ? ਅੱਜ ਆਪਾਂ ਦੇਖੋ ਇਸ ਐਜੀਟੇਸ਼ਨ ਨੂੰ ਕਿੰਨੇ ਪੀਸਫੁਲ ਢੰਗ ਨਾਲ ਹੈਂਡਲ ਕੀਤਾ। ਅੱਛਾ, ਉਦੋਂ ਬਾਅਦ ਸਰਕਾਰ ਫੇਰ ਨਹੀਂ ਆ ਕੇ ਗੱਲ ਕਰਦੀ। ਸਰਕਾਰ ਕਹਿ ਰਹੀ ਆ ਵਿਚੋਲੇ ਆ, ਇਹ ਕਿਸਾਨ ਨਹੀਂ। ਸਰਕਾਰ ਇਹ ਕਹਿ ਰਹੀ ਆ, ਇਹਨੂੰ ਪ੍ਰੋਪੇਗੈਂਡਾ ਪੋਲਿਟਿਕਸ ਵਾਲੇ ਪਾਸੇ ਲੈ ਜਾਂਦੀ ਆ, ਹਨਾ। ਸੋ ਸਰਕਾਰ ਤੁਹਾਡੇ ਨਾਲ ਗੱਲ ਨਹੀਂ ਕਰ ਰਹੀ। ਸਰਕਾਰ ਤੁਹਾਨੂੰ ਇੱਕ ਇਹੋ ਜਿਹੇ ਪੁਆਇੰਟ ਤੇ ਲੈ ਕੇ ਆ ਜਾਂਦੀ ਆ ਜਿੱਥੇ ਤੁਹਾਡੇ ਤੇ ਜ਼ੁਲਮ ਤੇ ਜ਼ਬਰ ਕਰਦੀ ਆ, ਤੁਹਾਨੂੰ ਦੱਬਦੀ ਆ, ਤੁਹਾਡੇ ਸੰਘਰਸ਼ ਦਾ ਰੂਪ ਹੀ ਬਦਲ ਦਿੰਦੀ ਆ। ਤੇ ਸੰਘਰਸ਼ ਦਾ ਰੂਪ, ਹੁਣ ਜੇ ਮੈਂ ਸਿੱਧੇ ਤੌਰ ਤੇ ਗੱਲ ਕਰਾਂ ਤਾਂ ਜਿਹੜੇ ਸਿੰਘ ਸਾਡੇ ਲੜੇ ਪੰਜਾਬ ਦੇ, ਉਹ ਮੈਂ ਇਹ ਨਹੀਂ ਕਹਿੰਦਾ ਉਹਨਾਂ ਨੇ ਇੱਕ ਵਰਗ ਲਈ ਲੜਾਈ ਲੜੀ ਆ, ਹਰ ਵਰਗ ਲਈ ਲੜਾਈ ਲੜੀ ਆ। ਉਹਨਾਂ ਬੰਦਿਆਂ ਨੇ ਖੁਦ ਮੁਖਤਿਆਰੀ ਦੀ ਲੜਾਈ ਲੜ ਰਹੇ ਸੀ। ਉਹ ਅਨੰਦਪੁਰ ਸਾਹਿਬ ਦੇ ਮਤੇ ਤੇ ਪਹਿਰਾ ਦੇ ਰਹੇ ਸੀ। ਧੱਕਿਆ ਸਰਕਾਰ ਨੇ ਕਿਸੇ ਹੋਰ ਪਾਸੇ। ਹਾਂਜੀ, ਲਗਾਤਾਰ ਜਿਸ ਤਰ੍ਹਾਂ ਨਾਲ ਖਾਲਿਸਤਾਨ ਦੀ ਗੱਲ ਹੋ ਰਹੀ ਹੈ, ਹਾਂਜੀ, ਨਾਰੇ ਲਾਏ ਜਾ ਰਹੇ ਨੇ ਤੇ ਭਾਜਪਾ ਦੇ ਆਗੂ ਇਹ ਤੱਕ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਨਕਸਲਾਈਟ ਜਥੇਬੰਦੀਆਂ ਜਿਹੜੀਆਂ, ਉਹ ਟੈਂਟ 'ਚ ਜਾ ਕੇ ਤੁਸੀਂ ਬੰਦੇ ਦੇਖਿਓ, ਉਹਨਾਂ ਦੇ ਇੰਟਰਵਿਊਜ਼ ਲਓ, ਉਹਨਾਂ ਨੂੰ ਮਿਲੋ, ਤੁਹਾਨੂੰ ਕਿਤੇ ਨਾ ਕਿਤੇ ਸਰਕਾਰ ਦਾ ਨੈਕਸਸ ਸਮਝ ਆ ਜਾਊਗਾ।
ਠੀਕ ਆ। ਦੂਜੀ ਗੱਲ, ਜਦੋਂ ਸੰਘਰਸ਼ ਨੂੰ ਲੀਹ ਤੋਂ ਲਾ ਕੇ ਕਿਸੇ ਹੋਰ ਪਾਸੇ ਲਾਉਣਾ ਹੋਵੇ ਨਾ, ਉਦੋਂ ਇਹ ਨੈਰੇਟਿਵ ਵਿੱਚ ਦਿੱਤੇ ਜਾਂਦੇ ਹੁੰਦੇ ਆ। ਔਰ ਸਾਡਾ ਖਾਲਿਸਤਾਨ ਕੀ ਆ? ਸਾਡਾ ਖਾਲਿਸਤਾਨ ਇਹ ਆ ਵੀ ਸਾਡੇ ਗੁਰੂ ਨਾਨਕ ਸਾਹਿਬ ਦਾ ਫਲਸਫਾ ਪੰਜਾਬ ਉਹਦੇ ਨਾਲ ਹੀ ਘੜਿਆ ਗਿਆ ਨਾ। ਪੰਜਾਬ ਨੂੰ ਕਿਸਾਨੀ ਤੇ ਸਿੱਖੀ ਤੋਂ ਬਿਨਾਂ ਥੋੜੀ ਕਲਪਿਆ ਜਾ ਸਕਦਾ। ਉਹਨਾਂ ਨੂੰ ਨਾ ਦੱਬੋ। ਸਾਡੇ ਜਿਹੜੇ ਮੂਲ ਅਧਿਕਾਰ ਆ, ਸਾਡੇ ਫੰਡਾਮੈਂਟਲ ਰਾਈਟਸ ਆ, ਉਹਨਾਂ ਨੂੰ ਨਾ ਲੈ ਕੇ ਜਾਓ। ਸਾਡੀ ਵਿਲੱਖਣਤਾ, ਜੇ ਪੰਜਾਬ 'ਚ ਕੋਈ ਅੱਜ ਕਹਿ ਰਿਹਾ ਮੈਂ ਸਿੱਖ ਹਾਂ, ਮੈਂ ਵਿਲੱਖਣ ਆ, ਉਹਨੂੰ ਮਾਣ ਸਨਮਾਨ ਦਿਓ। ਜੇ ਕੋਈ ਕਹਿ ਰਿਹਾ ਮੈਂ ਹਿੰਦੂ ਆ, ਉਹਨੂੰ ਮਾਣ ਸਨਮਾਨ ਦਿਓ। ਕੋਈ ਕ੍ਰਿਸਚਨ ਆ, ਕੋਈ ਮੁਸਲਿਮ ਭਾਈਚਾਰਾ, ਕੋਈ ਹੋਰ ਭਾਈਚਾਰਾ, ਉਹਨਾਂ ਨੂੰ ਮਾਣ ਸਨਮਾਨ ਦਿਓ, ਹਨਾ। ਸੋ ਸਾਡੇ ਵਾਸਤੇ ਜਿਹੜਾ ਇੱਕ ਪੀਸਫੁਲ ਐਟਮੋਸਫੇਅਰ ਆ, ਸਾਡੇ ਵਾਸਤੇ ਪੰਜਾਬ ਦਾ ਇੱਕ ਜਿਹੜਾ, ਜਾਂ ਕਿਸੇ ਵੀ ਖਿੱਤੇ ਦੀ ਇੱਕ ਜਿਹੜੀ ਖੁਦਮੁਖਤਿਆਰੀ ਆ, ਉਹਨੂੰ ਨਾ ਖੋ। ਇੱਥੋਂ ਦੀ ਵੰਨ ਸਵੰਨਤਾ ਨੂੰ ਮਾਣ ਸਨਮਾਨ ਦਿਓ। ਇਹੀ ਸਭ ਚਾਹੁੰਦੇ ਆ ਨਾ। ਹਾਂਜੀ, ਆ ਹੁਣ ਬਰਾੜ ਸਾਹਿਬ ਗੱਲ ਕਰਨਗੇ। ਹਾਂਜੀ ਹਾਂਜੀ ਦਿਓ। ਕਿਸਾਨੀ ਨਾਲ ਜੁੜਿਆ ਹੈ, ਆਪਾਂ ਮੁੱਦਾ ਕਿਉਂ ਭੜਕਾਉਂਦੇ ਨੇ, ਆਪਾਂ ਇਸ ਤਰ੍ਹਾਂ ਦੇ ਮੁੱਦੇ ਦੇ ਉੱਤੇ ਕਿਉਂ ਤਰ੍ਹਾਂ ਦਾ ਸਵਾਲ ਹੈ। ਅਸੀਂ ਭਾਜਪਾ ਨੂੰ ਕਹਿ ਰਹੇ ਨੇ ਸਾਡੇ ਤੇ ਹਮਲੇ ਹੋ ਰਹੇ ਨੇ, ਨਹੀਂ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਹੈ। ਹਾਂਜੀ, ਸਟੇਟ ਨੇ ਪ੍ਰੋਟੈਕਟ ਕਰਨਾ ਉਹਨਾਂ ਨੂੰ। ਜਿਹੜਾ ਤੁਸੀਂ ਗੱਲ ਕਰ ਰਹੇ ਹੋ ਕਿ ਕਿਸਾਨੀ ਦਾ ਮੁੱਦਾ ਹੈ, ਅਸੀਂ ਫੰਡਾਮੈਂਟਲੀ ਪਹਿਲੇ ਦਿਨ ਤੋਂ ਇੱਕ ਗੱਲ ਕਹਿ ਰਹੇ ਕਿ ਨਹੀਂ, ਇੱਕ ਮਿੰਟ, ਅਸੀਂ ਬਿਲਕੁਲ ਨਹੀਂ, ਪਰ ਗੱਲਾਂ ਕਲੀਅਰ ਕਰਨੀਆਂ ਜ਼ਰੂਰੀ ਆ। ਭਾਈ ਉਹ ਲੇਡੀ ਸਹੀ ਕਹਿ ਰਹੀ, ਉਹ ਬਿਲਕੁਲ ਸਹੀ ਕਹਿ ਰਹੀ। ਨਹੀਂ ਬਾਈ ਜੀ, ਭਾਜੀ ਤੁਸੀਂ ਬਿਲਕੁਲ ਸਹੀ ਕਹਿ ਰਹੇ ਹੋ। ਭਾਜੀ ਨਹੀਂ, ਪਲੀਜ਼ ਨਾ ਗੱਲ ਕਰੋ। ਮੈਨੂੰ ਇੱਕ ਸੈਕਿੰਡ ਪਲੀਜ਼ ਨਹੀਂ ਗੱਲ ਕਰਨੀ। ਠੀਕ ਹੈ ਜੀ। ਉਹਨੂੰ ਕਿ ਖਾਲਿਸਤਾਨ ਦੀ ਗੱਲ ਨਹੀਂ, ਕਿਸਾਨੀ ਦੀ ਗੱਲ। ਮੈਨੂੰ ਦਿਓ ਬਰਾੜ ਸਾਹਿਬ, ਮੈਂ ਬੋਲਦਾ। ਹਾਂਜੀ ਹਾਂਜੀ ਬਾਈ ਜੀ, ਆਪਾਂ ਨਾ ਦੇਖੋ ਸਿਰਫ ਕਿਸਾਨੀ ਦੀ ਗੱਲ ਕਰੀਏ। ਨਹੀਂ ਇੱਕ ਮਿੰਟ ਜੀ, ਇੱਕ ਮਿੰਟ ਆਈ ਹਰਡ ਯੂ ਐਬਸੋਲੂਟਲੀ ਯੂ ਆਰ ਰਾਈਟ। ਨਹੀਂ ਦੇਖੋ, ਅਸੀਂ ਇਹਨੂੰ ਕਿਸੇ ਹੋਰ ਪਾਸੇ ਤੋਰ ਲਾਂਗੇ, ਉਹਦੇ ਤੇ ਵੀ ਆਪਾਂ ਗੱਲ ਕਰ ਲਾਂਗੇ, ਕੋਈ ਚੱਕਰ ਨਹੀਂ। ਕਿਉਂਕਿ ਮੈਂ ਕਦੇ ਵੀ ਕਿਸੇ ਗੱਲ ਤੋਂ ਸ਼ਾਏ ਹੋਏ ਨਹੀਂ ਹੁੰਦਾ। ਅੱਜ ਜਿਹੜੇ ਟੌਪਿਕ ਲਈ ਇਕੱਠੇ ਹੋਏ ਆ, ਜਿਹੜੇ ਤੇ ਪ੍ਰੈਸ ਨੋਟ ਆਪਾਂ ਡਿਸਟ੍ਰੀਬਿਊਟ ਕੀਤਾ, ਕਿਉਂਕਿ ਕਿਸਾਨੀ ਦੇ ਸੰਘਰਸ਼ ਚੋਂ ਸਾਨੂੰ ਰਾਹ ਦਸੇਰਾ ਦੇਣਾ, ਇਹਨੂੰ ਸੇਧ ਦੇਣੀ ਆ। ਕੀ ਸੇਧ ਦੇਣੀ ਆ? ਪੰਜਾਬ ਦੇ ਸੁਹਿਰਦ ਲੋਕਾਂ ਨੂੰ, ਆਗੂਆਂ ਨੂੰ, ਮੇਨ ਸਟ੍ਰੀਮ ਪੋਲੀਟੀਕਲ ਫੀਲਡ ਵਾਲੇ ਬੰਦਿਆਂ ਨੂੰ, ਬੁੱਧੀਜੀਵੀਆਂ ਨੂੰ, ਇੰਟੈਲੈਕਚੁਅਲਸ ਨੂੰ ਇਕੱਠਾ ਕਰਨਾ, ਦੋ ਧਿਰਾਂ ਖੜੀਆਂ ਕਰਨੀਆਂ। ਨਹੀਂ ਤਾਂ ਸਾਡੇ ਪੰਜਾਬ ਦੇ ਮਸਲੇ ਜੇ ਅਸੀਂ ਕਹਿ ਦਈਏ ਹੱਲ ਹੋ ਜਾਣਗੇ, ਨਹੀਂ ਹੋਣਗੇ। ਲੜਾਈ ਕੇਂਦਰ ਸਰਕਾਰ ਨਾਲ ਲੜਨੀ ਆ, ਉਹ ਤਾਂ ਇੱਕ ਪੋਲੀਟੀਕਲ ਫਰੰਟ ਆ, ਬੀਜੇਪੀ ਜਾਂ ਕਾਂਗਰਸ ਨੇ ਵੀ ਉਹੀ ਕੀਤਾ, ਬੀਜੇਪੀ ਨੇ ਉਹੀ ਕੀਤਾ। ਸਾਡੇ ਹੱਕ ਖੋਏ ਆ। ਹੁਣ ਤੁਸੀਂ ਇਸ ਗੱਲ ਨਾਲ ਬਰਾੜ ਸਾਹਿਬ ਅੱਗੇ ਗੱਲ ਕਰੋ ਜੀ, ਆਪਾਂ ਸਾਰੀ ਪੰਚਾਇਤ ਨਾਲ ਗੱਲ ਕਰਦੇ ਹਾਂ। ਪਹਿਲੀ ਗੱਲ ਤਾਂ ਵੀਰ ਜੀ, ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ, ਤੁਸੀਂ ਉੱਥੇ ਜਾ ਕੇ ਦੇਖਿਓ, ਸਾਡਾ ਉਸ ਸਟੈਂਡ ਨਾਲ ਕੋਈ ਲੈਣ ਦੇਣ ਨਹੀਂ। ਅਸੀਂ ਇੱਕ ਬਹੁਤ ਦੂਰੀ ਤੇ ਬੈਠੇ ਆ, ਠੀਕ ਆ। ਉਨੀ ਕੁ ਦੂਰੀ ਤੇ ਸਾਡੇ ਕਿਸਾਨ ਯੂਨੀਅਨ ਵਾਲੇ ਵੀ ਬੈਠੇ ਆ। ਸੋ ਇਸ ਮਸਲੇ ਨੂੰ ਤੁਸੀਂ ਉਹਦੇ ਨਾਲ ਤੋੜਨੇ ਨਹੀਂ ਬਾਈ, ਤੁਸੀਂ ਮੇਰਾ ਖਿਆਲ ਹੈ ਨਹੀਂ ਬਾਈ ਜੀ, ਸਾਰਾ ਡਾਇਸਪੋਰਾ ਟੋਟਲ ਬਾਹਰ ਵਾਲਾ ਇਹ ਗੱਲ ਬਹੁਤ ਢੰਗ ਨਾਲ ਆਪਾਂ ਕੀਤੀ ਗਈ ਆ। ਮੈਨੂੰ ਸਮਝ ਆ ਗਈ ਸੀ, ਟਰਸਟ ਮੀ। ਜਦੋਂ ਤੁਸੀਂ ਅਵੋਇਡ ਕੀਤਾ, ਸਾਰਾ ਬਾਹਰ ਵਾਲਾ ਡਾਇਸਪੋਰਾ ਟੁੱਟ ਗਿਆ। ਤੁਹਾਡਾ ਬਹੁਤ ਵੱਡਾ ਪ੍ਰੈਸ਼ਰ ਹੈ, ਆਪਾਂ ਬਾਤ ਕਰਾਂਗੇ। ਟਰਸਟ ਮੀ। ਸ਼ਾਇਦ ਵੀ ਜਦੋਂ ਤੁਸੀਂ ਸਵਾਲ ਕਰਦੇ ਹੋ, ਅਗਰ ਉਹ ਜਵਾਬ ਦੇ ਦੇਣ ਵੀ ਨਹੀਂ ਜਵਾਬ ਦੇਣਾ, ਕਿਉਂਕਿ ਆਊਟ ਆਫ ਦ ਵੇ ਕਰੋਗੇ ਤਾਂ ਫਿਰ ਵੀ ਇਹਨਾਂ ਨੂੰ ਕਹੋਗੇ ਵੀ ਜਵਾਬ ਨਹੀਂ ਦੇਣਾ। ਇਸ ਕਰਕੇ ਸਿਰਫ ਮੁੱਦੇ ਦੇ ਸਵਾਲ ਕਰੋ। ਔਰ ਪੰਚਾਇਤ ਦਾ ਮਤਲਬ ਹੈ ਅਸੀਂ ਸਾਰੀ ਪੰਚਾਇਤ ਨੂੰ ਸਵਾਲ ਕਰਦੇ ਹਾਂ। ਇਸ ਤੋਂ ਬਾਅਦ ਕਿਸਾਨੀ ਤੋਂ ਅਲੱਗ ਸਵਾਲ ਲਿਆ ਨਹੀਂ ਜਾਵੇਗਾ, ਫਿਰ ਅਗਰ ਜਵਾਬ ਨਹੀਂ ਦੇਣਗੇ ਕਿਸਾਨੀ ਤੋਂ ਅਲੱਗ ਸਵਾਲ। ਮੈਂ ਉਹ ਦੱਸ ਦਿੰਨੇ ਬਰਾੜ ਸਾਹਿਬ, ਵਿਚੋਲੀਆ ਵਾਲੀ ਟਰਮ ਮੈਂ ਹਾਂਜੀ ਇੱਕ ਮਿੰਟ, ਇੱਕ ਵਿਚੋਲੀਆਂ ਦੀ ਗੱਲ ਪਾਈ। ਹਾਂਜੀ ਹਾਂਜੀ ਸਵਾਲ ਤੁਸੀਂ ਮੈਂ ਵੀ ਖੁਦਮੁਖਤਿਆਰੀ ਦਾ ਸਵਾਲ ਪੁੱਛਿਆ ਸੀ ਬਾਈ ਜੀ ਨੇ ਉਧਰੋਂ। ਇੱਕ ਵਾਰੀ ਉਸ ਗੱਲ ਤੇ ਆਪਾਂ ਜਵਾਬ ਦੇ ਦਈਏ ਜੀ। ਉਧਰੋਂ ਬਾਈ ਜੀ ਤੁਹਾਡਾ ਸਵਾਲ ਸੀ ਖੁਦਮੁਖਤਿਆਰੀ। ਇੱਕ ਮਿੰਟ, ਕੋਈ ਨਹੀਂ, ਆਪਾਂ ਖੁਦਮੁਖਤਿਆਰੀ ਤੇ ਬੋਲ ਰਹੇ ਹਾਂ। ਭਾਜੀ ਹੁਣ ਨਹੀਂ ਬੋਲਣਾ ਭਾਜੀ, ਰਿਕੁਐਸਟ ਹੈ। ਪੰਜਾਬ ਲੰਬੇ ਸਮੇਂ ਤੋਂ ਲੜਾਈ ਲੜ ਰਿਹਾ ਹੈ, ਤੁਸੀਂ ਕਹਿੰਦੇ ਹੋ ਕਿ ਸੈਂਟਰ ਟੇਬਲ ਤੇ ਨਹੀਂ ਆਉਂਦੀ, ਤੁਸੀਂ ਆਪਣੇ ਸੰਘਰਸ਼ ਰਾਹੀਂ ਉਮੀਦ ਹੈ ਤੁਹਾਨੂੰ ਕਿ ਟੇਬਲ ਤੇ ਲੈ ਆਉਂਗੇ ਜਾਂ ਫਿਰ ਹੋਰ ਰਾਹ ਵੀ ਹੈ? ਦੇਖੋ ਜੀ, ਇਸੇ ਕਰਕੇ ਕਹਿ ਰਹੇ, ਕੋਈ ਵੀ ਸੰਘਰਸ਼ ਲੜਨਾ ਹੁੰਦਾ ਉਹਦੇ ਵਾਸਤੇ ਕੋਈ ਟੂਲ ਚਾਹੀਦਾ ਹੁੰਦਾ ਹੈ।
ਇਹ ਕਹਿ ਰਹੇ ਆ ਕਿ ਵੀ ਇਹ ਸਾਰੇ ਮਸਲੇ ਜਿਹੜੇ ਹੱਲ ਹੋਣੇ ਆ, ਇਹ ਜਦੋਂ ਰੀਜਨਲ ਅਥਾਰਟੀ ਇੰਡੈਕਸ ਦੇ ਵਿੱਚ ਕੋਈ ਚੇਂਜ ਆਊਗੀ, ਸੈਂਟਰ ਥੋੜੇ ਜਿਹੇ ਹੋਰ ਇਖਤਿਆਰ ਦੇਊਗਾ, ਹੋਰ ਆਪਾਂ ਨੂੰ ਪਾਵਰਸ ਦੇਊਗਾ ਸਟੇਟਾਂ ਨੂੰ ਜਾਂ ਰਾਜਾਂ ਨੂੰ। ਜਿਵੇਂ ਹੁਣ ਕੈਪਟਨ ਸਾਹਿਬ ਨੇ ਵੀ ਕਿਹਾ ਵੀ ਸਾਡੇ ਕੋਲ ਸਪੇਸ ਹੀ ਹੈ ਨਹੀਂ ਕਿ ਅਸੀਂ ਕੁਝ ਕਰ ਸਕੀਏ ਉਹਦੇ ਵਿੱਚ, ਤਾਂ ਉਹ ਜਦੋਂ ਦੇਊਗਾ ਤਾਂ ਡੈਫੀਨੇਟਲੀ ਉਹ ਉਸ ਪਾਸੇ ਨੂੰ ਅਸੀਂ ਤੁਰਾਂਗੇ। ਉਹ ਮੰਗ ਰੱਖਦੇ ਰਵਾਂਗੇ ਹਮੇਸ਼ਾ ਕਿ ਸੈਂਟਰਲ ਸਟੇਟ ਰਿਲੇਸ਼ਨ ਡਿਫਾਈਨ ਹੁੰਦੇ ਰਹਿਣ। ਉਹ ਸਾਰੀਆਂ ਧਿਰਾਂ ਰੱਖਦੀਆਂ, ਸਾਡੀ ਵੀ ਇਹ ਡਿਮਾਂਡ ਹੈਗੀ ਹੈ ਜੀ। ਬਟ ਇਹ ਹੈ ਕਿ ਵੀ ਉਸ ਪਾਸ ਉਹਨੂੰ ਉਸ ਸੰਘਰਸ਼ ਨੂੰ ਲੜਨ ਵਾਸਤੇ ਕੋਈ ਵੀ ਸੰਘਰਸ਼ ਲੜਨ ਵਾਸਤੇ ਇੱਕ ਸੰਦ ਚਾਹੀਦਾ ਹੁੰਦਾ ਹੈ। ਉਹ ਜਿਹੜਾ ਸੰਦ ਉਹ ਪੋਲੀਟੀਕਲ ਜਿਹੜੀ ਲਾਮਬੰਦੀ ਅਸੀਂ ਕਹਿ ਰਹੇ ਹਾਂ ਉਹ ਹੈ। ਮੈਂ ਨਾ ਇੱਕ ਸਵਾਲ ਕੀਤਾ ਸੀ ਇੱਧਰੋਂ ਕਿਸੇ ਪੱਤਰਕਾਰ ਵੀਰ ਨੇ ਕਿ ਵਿਚੋਲੀਆ ਜਿਹੜੀ ਬੀਜੇਪੀ ਕਹਿ ਰਹੀ ਹੈ ਕਿ ਵਿਚੋਲੀਏ ਬਾਹਰ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਬੀਜੇਪੀ ਇੱਕ ਪ੍ਰੋਪੋਗੰਡਾ ਚਲਾਉਂਦੀ ਹੈ। ਤੁਸੀਂ ਦੇਖੋ ਜਦੋਂ ਪਿੱਛੇ ਜੇ ਇਹਨਾਂ ਨੇ ਨੋਟਬੰਦੀ ਕੀਤੀ ਤੇ ਨੋਟਬੰਦੀ ਦੇ ਵਿੱਚ ਜਿਵੇਂ ਆਪਾਂ ਨੂੰ ਪਰੇਸ਼ਾਨੀਆਂ ਆਉਣੀਆਂ ਸ਼ੁਰੂ ਹੋਈਆਂ ਤੇ ਬੀਜੇਪੀ ਨੇ ਕਿਹਾ ਕਿ ਦੇਖੋ ਜਿਨ੍ਹਾਂ ਦੇ ਕੋਲ ਕਾਲਾ ਧਨ ਹੈ ਨਾ ਉਹ ਰੋ ਰਹੇ ਨੇ, ਔਰ ਜਿਨ੍ਹਾਂ ਦੇ ਕੋਲ ਹਰਾਮ ਦਾ ਪੈਸਾ ਉਹ ਰੋ ਰਹੇ ਨੇ, ਜਿਨ੍ਹਾਂ ਦੇ ਕੋਲ ਇਮਾਨਦਾਰੀ ਦਾ ਧਨ ਹੈ ਉਹ ਚੰਗੇ ਨੇ। ਸੋ ਇੱਕ ਸਾਈਕੋਲੋਜੀ ਕੀ ਲੋਕਾਂ ਦੇ ਵਿੱਚ ਗਈ ਕਿ ਜਿਨ੍ਹਾਂ ਦੇ ਕੋਲ ਕਾਲਾ ਧਨ ਹੈ ਉਹ ਰੋ ਰਹੇ ਨੇ। ਔਰ ਤੁਸੀਂ ਦੇਖਿਆ ਕਿ ਨੋਟਬੰਦੀ ਦਾ ਰਿਜ਼ਲਟ ਕੀ ਆਇਆ ਕਿ ਜਿੰਨਾ ਪੈਸਾ ਸੀਗਾ ਉਹ ਸਾਰੇ ਦਾ ਸਾਰਾ ਜਮ੍ਹਾਂ ਹੋ ਗਿਆ, ਔਰ ਉਸ ਤੋਂ ਬਾਅਦ ਜਿਹੜਾ ਬੈਂਕਿੰਗ ਦੇ ਵਿੱਚ ਤੁਹਾਡਾ ਪੈਸਾ ਤੁਸੀਂ ਅਗਰ ਕਢਵਾਉਣਾ ਸੀਗਾ ਉਹਦੇ ਵੀ ਤੁਹਾਨੂੰ ਜਿਹੜੇ ਚਾਰਜ ਲੱਗਣੇ ਸ਼ੁਰੂ ਹੋ ਗਏ। ਔਰ ਦੂਜੀ ਸਵਾਲ ਤੁਸੀਂ MSP ਦੇ ਬਾਰੇ ਕੀਤਾ ਸੀਗਾ ਕਿ ਮੋਦੀ ਨੇ ਕਿਹਾ ਕਿ MSP ਜਿਹੜੀ ਹੈ ਨਾ ਸੁਰੱਖਿਅਤ ਰਹੇਗੀ। MSP ਦਾ ਜ਼ਿਕਰ ਵੀ ਨਹੀਂ ਹੈ ਕਿਤੇ ਤਿੰਨਾਂ ਬਿੱਲਾਂ ਦੇ ਵਿੱਚ। ਔਰ ਅਗਰ ਮੋਦੀ ਸਟੇਟਮੈਂਟ ਦਿੰਦਾ ਹੈ ਉਹ ਆਪਦੀ ਸਟੇਟਮੈਂਟ ਉੱਤੇ ਕਿੰਨਾ ਉਤਰਦਾ, ਉਹਦੀਆਂ ਸਟੇਟਮੈਂਟ ਤਾਂ ਆਪਾਂ ਅੱਜ ਤੱਕ ਸੁਣੀਆਂ ਹੀ ਨੇ 5-7 ਸਾਲਾਂ ਦੇ ਵਿੱਚ। ਔਰ ਮੈਂ ਹੁਣ ਜੋਗਾ ਜੀ ਨੂੰ ਕਹਾਂਗਾ ਇਹ ਤੁਹਾਨੂੰ ਇਹਦਾ ਬਰੀਫ ਕਰਨਗੇ। ਮੇਰੀ ਬੇਨਤੀ ਹੈ ਜੀ ਕਿ ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈ, ਜਿਹੜੇ ਖੇਤੀ ਆਰਡੀਨੈਂਸ ਪਾਸ ਹੋਏ ਹੈ, ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਕੇਂਦਰ ਦੇ ਵਿੱਚ ਮਿਨਿਸਟਰ ਸੀਗੀ, ਉਹਦੇ ਹੁੰਦੇ ਇਹ ਆਰਡੀਨੈਂਸ ਪਾਸ ਹੋ ਗਏ। ਇਸ ਕਰਕੇ ਪੰਜਾਬ ਦੇ ਵਿੱਚ ਉਹ ਮੰਤਰੀ ਹੋਏ। ਲੇਕਿਨ ਸਤੰਬਰ 2019 ਦੇ ਵਿੱਚ ਜਿਹੜੀ ਨੀਤੀ ਆਯੋਗ ਦੀ ਮੀਟਿੰਗ ਹੁੰਦੀ ਹੈ ਉਹਦੇ ਵਿੱਚ ਪੰਜਾਬ ਦੇ ਖੇਤੀਬਾੜੀ ਸਕੱਤਰ ਜਾਂਦੇ ਆ, ਉਹ ਆ ਕੇ ਦੱਸ ਵੀ ਦਿੰਦੇ ਆ CM ਸਾਹਿਬ ਨੂੰ ਕਿ ਇਹੋ ਜਿਹਾ ਬਿੱਲ ਪਾਸ ਹੋਣ ਵਾਲਾ ਹੈ। ਉਹ ਤੋਂ ਬਾਵਜੂਦ ਵੀ 6 ਮਹੀਨੇ ਕੈਪਟਨ ਅਮਰਿੰਦਰ ਸਿੰਘ ਜੀ ਚੁੱਪ ਧਾਰ ਕੇ ਬਹਿ ਜਾਂਦੇ ਆ। ਕਾਂਗਰਸ ਨੂੰ ਵੀ ਪਤਾ ਸੀ ਕਿ ਬਿੱਲ ਪਾਸ ਹੋਣ ਵਾਲਾ ਹੈ। ਅੱਜ 2 ਰਾਜਨੀਤਿਕ ਜਮਾਤਾਂ ਜਿਹੜੀਆਂ ਪੰਜਾਬ ਦੀਆਂ, ਉਹਨਾਂ ਨੂੰ ਪਤਾ ਹੋਣ ਦੇ ਬਾਵਜੂਦ ਵੀ ਇਹ ਬਿੱਲ ਉਹਨਾਂ ਨੇ ਪਾਸ ਕਰਵਾਤੇ। ਸੋ ਸਾਡੇ ਕਹਿਣ ਦਾ ਭਾਵ ਇਹ ਹੈ, ਅੱਜ ਅਮਰਿੰਦਰ ਸਿੰਘ ਜੀ ਨੇ ਜ਼ਰੂਰ ਉਰੇ ਬਿੱਲ ਲਿਆਂਦਾ, ਲੇਕਿਨ ਜੇ 6 ਮਹੀਨੇ ਪਹਿਲਾਂ ਉਹ ਸੰਘਰਸ਼ ਸ਼ੁਰੂ ਕਰਾ ਦਿੰਦੇ ਤਾਂ ਹੋ ਸਕਦਾ ਹੈ ਇਹਦਾ ਕੋਈ ਰੂਪਰੇਖਾ ਹੋਰ ਹੁੰਦੀ। ਉਹੀ ਹਰਸਿਮਰਤ ਕੌਰ ਜਿਹੜੇ ਵਿੱਚ ਆ, ਸਾਰਿਆਂ ਨੂੰ ਪਤਾ, ਦੁਬਾਰਾ ਕਹਿਣ ਦੀ ਲੋੜ ਨਹੀਂ। ਅੱਜ ਦੀ ਪ੍ਰੈਸ ਕਾਨਫਰੰਸ ਦਾ ਮੇਨ ਮੁੱਦਾ ਇੱਕ ਸਵਾਲ ਇਹ ਆਇਆ ਸੀ ਕਿ ਪਹਿਲਾਂ ਵੀ ਇਹ ਸਾਂਝਾਂ ਬੜੀਆਂ ਇਹਨਾਂ ਰਾਜਨੀਤਿਕ ਲੋਕਾਂ ਦੀਆਂ। ਸ਼ੰਭੂ ਮੋਰਚਾ ਇੱਕ ਅਪੀਲ ਕਰਦਾ ਨਾ ਲੀਡਰਾਂ ਨੂੰ ਕਿ ਸਾਰੇ ਆਓ ਇੱਕ ਡੰਡਾ ਤੇ ਇੱਕ ਝੰਡਾ ਕਰਕੇ ਪੰਜਾਬ ਦੇ ਲਈ ਕੋਈ ਸਾਂਝਾ ਇਹੋ ਜਿਹਾ ਪਲੇਟਫਾਰਮ ਬਣਾਓ ਤਾਂ ਕਿ ਪੰਜਾਬ ਨੂੰ ਇੱਕ ਅਜਿਹੀ ਖੇਤਰੀ ਪਾਰਟੀ ਦੇ ਸਕੀਏ। ਜੇ ਕੋਈ ਚੰਗੀ ਪਾਰਟੀ ਹੁੰਦੀ ਤਾਂ ਇਹ ਜਦੋਂ ਬਿੱਲ ਬਣ ਰਹੇ ਸੀ ਪਤਾ ਲੱਗ ਗਿਆ ਸੀ, ਉਦੋਂ ਹੀ ਸਰਬ ਪਾਰਟੀ ਮੀਟਿੰਗ ਬੁਲਾਉਂਦੇ, ਕੋਈ ਹੋਰ ਕਰਦੇ, ਇਹਦੇ ਵਿੱਚ ਵਿਧਾਨ ਸਭਾ 'ਚ ਮਤਾ ਪਾਉਂਦੇ। ਜਿਹੜਾ ਅੱਜ ਸੰਘਰਸ਼ ਹੋ ਰਿਹਾ ਇਹ ਸਾਲ ਪਹਿਲਾਂ ਸ਼ੁਰੂ ਹੋ ਜਾਂਦਾ। ਸੋ ਦੀਪ ਜੀ ਦੀ ਅੱਜ ਦੀ ਪ੍ਰੈਸ ਕਾਨਫਰੰਸ ਕਰਨ ਦਾ ਇਹ ਮੇਨ ਮਨੋਰਥ ਹੈ ਕਿ ਅਸੀਂ ਇਹਨਾਂ ਸਾਰੇ ਲੀਡਰਾਂ ਕੋਲ ਜਾਵਾਂਗੇ, ਭਾਵੇਂ ਉਹ ਨਵਜੋਤ ਸਿੱਧੂ ਜੀ ਹੋਣ, ਪ੍ਰਗਟ ਸਿੰਘ ਹੋਣ, ਖਹਿਰਾ ਸਾਹਿਬ ਹੋਣ, ਬੈਂਸ ਸਾਹਿਬ ਹੋਣ, ਛੋਟੇ ਪਰ ਡਾਕਟਰ ਗਾਂਧੀ ਜੀ, ਹੋਰ ਵੀ ਜਿੰਨੇ ਮਤਲਬ ਪੰਜਾਬ ਦੀ ਧਰਤੀ ਨੂੰ ਪਿਆਰ ਕਰਨ ਵਾਲੇ ਆ। ਸਾਡਾ ਮੇਨ ਮਨੋਰਥ ਇਹੀ ਹੈ, ਕਿਉਂਕਿ ਜੇ ਕਿਸਾਨ ਬਚੂਗਾ ਤਾਂ ਹੀ ਸਾਰਾ ਸਮਾਜ ਬਚੂਗਾ। ਔਰ ਮੀਡੀਆ ਨੂੰ ਸਾਡੀ ਰਿਕੁਐਸਟ ਹੈ ਕਿ ਸਮਾਜ ਦਾ ਚੌਥਾ ਥੰਮ ਤੁਸੀਂ ਸਾਰੇ ਮੀਡੀਆ ਵਾਲੇ ਹੋ, ਸੋ ਤੁਸੀਂ ਵੀ ਇਸ ਮਸਲੇ ਦੇ ਵਿੱਚ ਜ਼ਰੂਰ ਸਾਡਾ ਸਾਥ ਦਿਓ। ਇੱਕ ਮਿੰਟ ਜੀ ਭਾਈ ਜੀ ਨੇ ਸਵਾਲ ਕੀਤਾ ਸੀ ਖਾਲਿਸਤਾਨ ਬਾਰੇ ਨਾ। ਅਸੀਂ ਨਾ ਆਜ਼ਾਦੀ ਮੰਗਦੇ ਆ ਭਾਰਤ ਵਿੱਚ, ਭਾਰਤ ਤੋਂ ਆਜ਼ਾਦੀ ਦੀ ਮੰਗਦੇ, ਭਾਰਤ ਵਿੱਚ ਰਹਿਣ ਦੀ ਆਜ਼ਾਦੀ ਮੰਗਦੇ ਆ। ਅਸੀਂ ਤੁਹਾਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਆ ਕਿ ਜਿੱਦਾਂ ਕੈਨੇਡਾ ਦੇ ਅੰਦਰ ਤੁਸੀਂ ਜਾਣਦੇ ਹੋ ਮੌਂਟਰੀਅਲ ਤੇ ਉਹਨਾਂ ਦਾ ਲਾਅ ਵੱਖਰਾ ਹੈ, ਪਰ ਇੱਕ ਸਿਸਟਮ ਚ ਰਹਿੰਦੇ ਨੇ ਸਾਰੇ। ਸਾਨੂੰ ਉਹ ਗੱਲ ਸਮਝਾਉਣ ਦੀ ਲੋੜ ਹੈ। ਸਾਨੂੰ ਕਿਸੇ ਗੱਲ ਨੂੰ ਕਿਸੇ ਪਾਸੇ ਲਿਜਾਣ ਦੀ ਲੋੜ ਨਹੀਂ। ਤੁਸੀਂ ਸਾਡਾ ਸਾਥ ਦਿਓ, ਕਿਸਾਨੀ ਦੇ ਮੁੱਦਿਆਂ ਤੇ ਇਸ ਮੋਰਚੇ ਦੀ ਮਹੱਤਤਾ ਸਮਝੋ, ਬਸ ਇੰਨੀ ਕੀ ਗੱਲ ਹੈ। ਅੱਜ ਦੀ ਗੱਲ ਤੁਹਾਨੂੰ ਸਰ ਹਾਂਜੀ, ਪ੍ਰੈਸ ਕਾਨਫਰੰਸ ਦਾ ਹੁਣ ਆਪਾਂ ਸਾਰੇ ਸਵਾਲ ਕਰਕੇ ਪਰਪਸ ਤੇ ਆਉਣੇ ਆ। ਸੋ ਪਰਪਸ ਇਹ ਹੈ ਜੀ, ਜਦੋਂ ਅਸੀਂ ਇਸ ਐਜੀਟੇਸ਼ਨ 'ਚ ਸ਼ਾਮਲ ਹੋਏ ਤਾਂ ਲੋਕਾਂ ਨੂੰ ਮਿਲੇ, ਇੰਟੈਲੈਕਚੁਅਲਸ ਨੂੰ ਮਿਲੇ, ਪੰਜਾਬ ਦੇ ਮੇਨ ਸਟ੍ਰੀਮ ਪੋਲੀਟੀਕਲ ਲੀਡਰਸ ਨੂੰ ਮਿਲੇ,
ਬਾਹਰ ਜਿਹੜੇ ਸਾਡੇ NRI ਬੈਠੇ ਆ ਉਹਨਾਂ ਨੇ ਸਾਨੂੰ ਸੁਝਾਅ ਭੇਜੇ, ਕਿਉਂਕਿ ਪੰਜਾਬ ਲਈ ਉਹ ਬਹੁਤ ਚਿੰਤਤ ਆ। ਇੱਥੋਂ ਇੱਕ ਸੁਪਨਾ ਲੈ ਕੇ ਗਏ ਆ ਔਰ ਕਿਤੇ ਨਾ ਕਿਤੇ ਉਹ ਗੁਨਾਹ ਦਾ ਅਹਿਸਾਸ ਲੈ ਕੇ ਗਏ ਆ ਵੀ ਪੰਜਾਬ ਸਾਡਾ ਵਧੀਆ ਹੋ ਜੇ। ਜਿਵੇਂ ਮੈਂ ਜੇ ਬੰਬੇ ਰਹਿੰਦਾ ਸੀ, ਮੇਰੇ 'ਚ ਵੀ ਇੱਕ ਗੁਨਾਹ ਦਾ ਅਹਿਸਾਸ ਸੀ ਵੀ ਮੈਂ ਆਪਦੀ ਧਰਤੀ ਛੱਡ ਕੇ ਕਿਤੇ ਹੋਰ ਰਹਿਣਾ, ਸਾਡੀ ਧਰਤੀ ਤੇ ਕੁਛ ਨਾ ਕੁਛ ਚੰਗਾ ਹੋ ਜੇ, ਲੋਕਾਂ ਲਈ ਚੰਗਾ ਹੋ ਜੇ, ਅਸੀਂ ਉੱਥੇ ਸੁਖੀ ਵਸਣ ਲੱਗ ਜਾਈਏ। ਹੁਣ ਅਸੀਂ ਜੋ ਇਹਦੇ 'ਚੋਂ ਮਹਿਸੂਸ ਕੀਤਾ, ਜਦੋਂ ਤੱਕ ਪੰਜਾਬ ਕੋਲੇ ਪੰਜਾਬ ਦੀ ਸਿਆਸਤ ਨਹੀਂ ਆ, ਕਿਉਂਕਿ ਇਹ ਲੜਾਈ ਆ ਕੇਂਦਰ ਨਾਲ, ਉਦੋਂ ਤੱਕ ਪੰਜਾਬ ਇਹ ਲੜਾਈ ਕੇਂਦਰ ਨਾਲ ਨਹੀਂ ਲੜ ਸਕਦਾ। ਸੋ ਪੰਜਾਬ ਨੂੰ ਆਪਦੀ ਇੱਕ ਸਿਆਸਤ ਘੜਨੀ ਪਊਗੀ ਔਰ ਕੱਲੀ ਸਿਆਸਤ ਅਸੀਂ ਪਹਿਲਾਂ ਵੀ ਘੜੀ ਆ। ਉਸ ਸਿਆਸਤ ਵੇਲੇ ਅਸੀਂ ਉਹਦੇ 'ਚ ਫੇਲ ਹੁੰਦੇ ਆਏ ਆ। ਲੋਕ ਟੁੱਟ ਜਾਂਦੇ ਆ ਆਪਦੀ ਨਿੱਜ ਖਾਤਰ, ਆਪਦੀ ਮੈਂ ਖਾਤਰ, ਜਾਂ ਆਪਦੇ ਏਜੰਡਿਆਂ ਤੇ ਹੀ ਉਹ ਇੱਕ ਦੂਜੇ ਨਾਲ ਵਿਚਾਰਾਂ 'ਚ ਵਖਰੇਵਾਂ ਹੋ ਜਾਂਦਾ ਤੇ ਉਹ ਲੀਡਰਸ ਟੁੱਟ ਜਾਂਦੇ ਆ। ਜਦੋਂ ਤੱਕ 1 ਮਿੰਟ ਜੀ ਬਾਈ ਜੀ, ਲੈਟਸ ਹੈਵ ਅ ਸਾਇਲੈਂਸ। ਸਾਇਲੈਂਟ ਪਲੀਜ਼। ਜਿਹੜੇ ਪਿੱਛੇ ਨੇ ਪਲੀਜ਼ ਚੁੱਪ ਕਰ ਜਾਓ। ਬਾਈ ਜੀ ਉਹ ਪਿੱਛੇ ਵਾਲੇ ਬੜੇ ਜ਼ਰੂਰੀ ਹੁੰਦੇ ਆ। ਹਾਂਜੀ, ਸੋ ਜਦੋਂ ਤੱਕ ਇਹ ਸਾਰੀ ਸਿਆਸਤ ਦੇ ਉੱਤੇ ਇੱਕ ਬੁੱਧੀਜੀਵੀਆਂ ਦੀ ਜਾਂ ਜਿਹੜੇ ਮੇਨ ਸਟ੍ਰੀਮ ਪੋਲੀਟੀਕਲ ਫੀਲਡ 'ਚ ਨਹੀਂ ਆਉਣਾ ਚਾਹੁੰਦੇ ਬੰਦੇ, ਉਹਨਾਂ ਦੇ ਪਹਿਰਾ ਨਹੀਂ ਹੋਊਗਾ, ਜਿਹੜੇ ਉਹ ਪੰਜਾਬ ਦੇ ਹਿੱਤ ਸੋਚਦੇ ਆ, ਪੰਜਾਬ ਦਾ ਦਰਦ ਰੱਖਦੇ ਆ, ਉਹਨਾਂ ਦਾ ਪਹਿਰਾ ਨਹੀਂ ਹੋਊਗਾ, ਤਾਂ ਕਿ ਉਦੋਂ ਤੱਕ ਅਸੀਂ ਕਹੀਏ ਵੀ ਇਹ ਜਿਹੜੇ ਬੰਦੇ ਮੇਨ ਸਟ੍ਰੀਮ ਪੋਲੀਟੀਕਲ ਫੀਲਡ ਵਾਲੇ ਆ ਉਹ ਪੰਜਾਬ ਦੇ ਹਿੱਤਾਂ ਦੀ ਗੱਲ ਕਰਨਗੇ, ਇਹ ਕਦੇ ਅਸੀਂ ਹੁੰਦਾ ਦੇਖਿਆ ਨਹੀਂ। ਇਸ ਕਰਕੇ ਸਾਨੂੰ 2 ਇਨਕਲਾਬ ਹੀ ਸਿੱਧੇ ਤੌਰ ਤੇ ਲਿਆਉਣੇ ਪੈਣੇ ਆ। ਇੱਕ ਤਾਂ ਸਮਾਜਿਕ ਇਨਕਲਾਬ, ਜਿੱਥੇ ਸਾਨੂੰ ਕਿਰਦਾਰਾਂ ਤੇ ਕੰਮ ਕਰਨਾ ਪੈਣਾ, ਜਿੱਥੇ ਸਾਨੂੰ ਲੋਕਾਂ ਤੇ ਮੇਨ ਸਟ੍ਰੀਮ ਪੋਲੀਟੀਕਲ ਫੀਲਡ ਵਾਲੇ ਬੰਦਿਆਂ ਤੇ ਪਹਿਰਾ ਰੱਖਣਾ ਪੈਣਾ। ਦੂਜਾ ਇਨਕਲਾਬ ਰਾਜਸੀ ਇਨਕਲਾਬ, ਜੋ ਅੱਜ ਤੱਕ ਪੰਜਾਬ ਨੂੰ ਸੰਪੂਰਨ ਤੌਰ ਤੇ ਕਿਸੇ ਨੇ ਨਹੀਂ ਦਿੱਤਾ। ਕਿਸੇ ਨਾ ਕਿਸੇ ਸਮੇਂ ਪੰਜਾਬੀ ਜਾਂ ਪੰਜਾਬ ਲਈ ਅਕਾਲੀ ਦਲ ਇਸੇ ਲਈ ਖੇਤਰੀ ਪਾਰਟੀ ਬਣੀ ਸੀ। ਇੱਕ ਗੱਲ ਹੋਰ, ਇਹ ਗੱਲ ਆ ਜਿਹੜੀ ਆਪਾਂ ਅੱਜ ਕਰ ਰਹੇ ਹਾਂ, ਇਹ ਸਾਊਥ ਦੇ ਲੋਕਾਂ ਨੇ ਸਮਝ ਲਈ ਆ, ਉਹਨਾਂ ਨੇ ਕਰ ਵੀ ਲਈ ਆ। ਤਾਂ ਹੀ ਤੁਸੀਂ ਦੇਖੋ ਸਾਊਥ 'ਚ ਜਿਹੜੀਆਂ ਖੇਤਰੀ ਪਾਰਟੀਆਂ ਆ ਉਹ ਬਹੁਤ ਜ਼ਿਆਦਾ ਸਟਰੋਂਗ ਆ। ਉੱਥੋਂ ਦੇ ਲੋਕਾਂ ਨੇ ਇਹ ਗੱਲ ਸਮਝ ਲਈ ਵੀ ਅਸੀਂ ਜੇ ਆਪਦੇ ਸੂਬੇ ਤੇ ਆਪ ਰਾਜ ਕਰਾਂਗੇ ਤੇ ਉਸ ਤੋਂ ਬਾਅਦ ਅਲਾਇੰਸ ਕਿਸੇ ਨਾਲ ਹੋ ਸਕਦਾ, ਪਰ ਜਦੋਂ ਤੱਕ ਅਸੀਂ ਆਪ ਰਾਜ ਨਹੀਂ ਕਰਾਂਗੇ, ਸੂਬੇ ਦੇ ਹਿੱਤਾਂ ਦੀ ਗੱਲ ਜਾਂ ਲੋਕਾਂ ਦੇ ਹਿੱਤਾਂ ਦੀ ਗੱਲ ਸੂਬੇ ਦੇ, ਇਹ ਨਹੀਂ ਹੋ ਸਕਦੀ। ਪੰਜਾਬ ਨੂੰ ਉਹ ਗੱਲ ਸਮਝਣੀ ਪੈਣੀ ਆ ਔਰ ਪੰਜਾਬ ਦੇ ਲੋਕ ਸਾਨੂੰ ਇਹ ਸੁਝਾਅ ਦੇ ਰਹੇ ਆ। ਇਹ ਲੋਕਾਂ ਦੇ ਸੁਝਾਅ ਅੱਜ ਜਿਹੜੇ ਤੁਹਾਡੇ ਕੋਲੇ ਲੈ ਕੇ ਆਏ ਆ, ਉਹ ਲੋਕਾਂ ਦੇ ਸੁਝਾਅ, ਹਜ਼ਾਰਾਂ ਲੱਖਾਂ ਲੋਕਾਂ ਦੇ ਸੁਝਾਅ ਤੋਂ ਬਾਅਦ, ਉਹਨਾਂ ਦੇ ਅਹਿਸਾਸ ਤੋਂ ਬਾਅਦ ਇੱਥੇ ਬੈਠੇ ਆ। ਔਰ ਜਿਹੜੇ ਅਸੀਂ ਹੁਣ ਪੰਜਾਬ ਦੇ ਲੀਡਰਸ ਕੋਲੇ ਗਏ, ਜਿਹੜੇ ਕਹਿ ਰਹੇ ਆ ਅਸੀਂ ਪੰਜਾਬ ਖਾਤਰ ਲੜਨਾ, ਜੇ ਉਹ ਪੰਜਾਬ ਦੇ ਹਿੱਤਾਂ ਲਈ ਲੜਨਾ ਚਾਹੁੰਦੇ ਆ ਤਾਂ ਉਹ ਇੱਕ ਪਲੇਟਫਾਰਮ ਤੇ ਆਉਣਗੇ, ਜੇ ਨਹੀਂ ਲੜਨਾ ਚਾਹੁੰਦੇ ਤਾਂ ਉਹਨਾਂ ਨੇ ਇੱਕ ਪਲੇਟਫਾਰਮ ਤੇ ਨਹੀਂ ਆਉਣਾ। ਉਹ ਅਸੀਂ ਸੰਗਤ ਸਾਹਮਣੇ ਜਾਂ ਤੁਹਾਡੇ ਸਾਹਮਣੇ ਸਾਫ਼ ਕਰ ਦਾਂਗੇ, ਬੇਨਕਾਬ ਕਰ ਦਾਂਗੇ। ਨਹੀਂ ਅਸੀਂ ਕੀਤੀ ਨਹੀਂ ਜੀ, ਹੁਣ ਕਰਾਂਗੇ। ਅੱਜ ਤੋਂ ਹੀ ਜੀ, ਔਰ ਪਹਿਲਾਂ ਅੱਜ ਤੋਂ ਹੀ ਜੀ, ਕਿਉਂਕਿ ਟਾਈਮ ਹੈ ਨਹੀਂ ਆਪਣੇ ਕੋਲੇ ਔਰ ਅਸੀਂ ਇਹ ਚਾਹੁੰਦੇ ਆ ਵੀ ਉਹ ਸਾਰੇ ਬੰਦੇ ਇਕੱਠੇ ਹੋ ਕੇ ਕਿਸਾਨਾਂ ਦਾ ਸੰਘਰਸ਼ ਆ, ਕਿਸਾਨਾਂ ਦੇ ਨਾਲ ਖੜੇ ਹੋ ਕੇ ਲੜਨ, ਕਿਉਂਕਿ ਇਹ ਸਰਕਾਰ ਨੇ ਤਾਂ ਕੀਤਾ ਨਹੀਂ, ਪੰਜਾਬ ਸਰਕਾਰ ਨੇ ਕੰਮ। ਇਹ ਸਾਰੇ ਆਗੂ ਕਿਸਾਨਾਂ ਦੇ ਨਾਲ ਖੜੇ ਹੋ ਕੇ ਸੰਘਰਸ਼ ਲੜਨ, ਜਿੱਥੇ ਵੋਟ ਪੋਲਿਟਿਕਸ ਨਾ ਹੋਵੇ, ਪੰਜਾਬ ਦੇ ਹਿੱਤਾਂ ਦੀ ਗੱਲ ਹੋਵੇ। ਹਾਂਜੀ, ਮੈਂ ਪਹਿਲਾਂ ਵੀ ਸਪਸ਼ਟ ਕਰਤਾ ਜੀ, ਮੈਂ ਮੇਨ ਸਟ੍ਰੀਮ ਪੋਲਿਟਿਕਸ 'ਚ ਨਹੀਂ ਆ ਰਿਹਾ, ਮੇਰੇ ਕੋਲੇ ਟੈਂਪਰਾਮੈਂਟ ਨਹੀਂ ਆ। ਜਦੋਂ ਕਿਤੇ ਟੈਂਪਰਾਮੈਂਟ ਹੋਇਆ, ਜਦੋਂ ਸੰਗਤ ਦੀ ਮਰਜ਼ੀ ਹੋਈ, ਉਸ ਵੇਲੇ ਦੇਖਾਂਗੇ। 2022 ਮੈਂ ਨਹੀਂ ਲੜ ਰਿਹਾ, ਹੋ ਸਕਦਾ ਗਾਂ ਵੀ ਨਾ ਲੜਾਂ, ਜਦੋਂ ਤੱਕ ਮੈਂ ਪਰਪੱਕ ਤੌਰ ਤੇ ਆਪਦੇ ਆਪ ਨੂੰ ਨਹੀਂ ਸੋਚ ਲੈਂਦਾ ਵੀ ਮੈਂ ਮੇਨ ਸਟ੍ਰੀਮ ਪੋਲੀਟੀਕਲ ਫੀਲਡ ਦਾ ਬੰਦਾ। ਮੇਰੇ ਲਈ ਬੜਾ ਸੌਖਾ ਆਪਦੇ ਆਪ ਨੂੰ ਇਹ ਲਾਂਚ ਕਰਨਾ ਵੀ ਮੈਂ ਕੱਲ ਤੋਂ ਸਿਆਸੀ ਇੱਕ ਜਿਹੜੀ ਮੇਨ ਸਟ੍ਰੀਮ ਪੋਲਿਟਿਕਸ ਕਰੂੰਗਾ, ਪਰ ਮੇਰੇ ਕੋਲੇ ਟੈਂਪਰਾਮੈਂਟ ਨਹੀਂ ਆ। ਮੈਂ ਸੰਘਰਸ਼ ਦੀ ਲੜਾਈ ਲੜੂੰਗਾ ਔਰ ਲੜਦਾ ਰਹੂੰਗਾ ਪੰਜਾਬ ਲਈ, ਪੰਜਾਬ ਦੇ ਹਿੱਤਾਂ ਲਈ, ਪੰਜਾਬ ਦੇ ਲੋਕਾਂ ਲਈ। ਮੈਂ ਇਸ ਲਈ ਮੇਰੇ ਅੰਦਰ ਜਜ਼ਬਾ, ਤਤਪਰ ਆਏ ਗੱਲ ਕਰਨ ਲਈ, ਇੱਥੇ ਹੀ ਖੜਾ ਜੀ ਹਜੇ। ਬਸ ਭਾਜੀ, ਥੈਂਕ ਯੂ। ਹਾਂਜੀ, ਨਹੀਂ ਜੀ, ਰਣਨੀਤੀ ਤਾਂ ਇਹੀ ਮੈਂ ਤੁਹਾਨੂੰ ਕਹਿ ਰਿਹਾ ਨਾ, ਲੜਾਈ ਕਿਹਦੇ ਨਾਲ ਆ? ਸਾਡੀ ਦਿੱਲੀ ਨਾਲ। ਹੁਣ ਜਦੋਂ ਲੜਾਈ ਲੜਨੀ ਆ ਸੈਂਟਰ ਨਾਲ, ਤਾਂ ਉਹ ਰਣਨੀਤੀ ਜਦੋਂ ਇੱਕ ਪਲੇਟਫਾਰਮ ਕ੍ਰੀਏਟ ਹੋਊਗਾ, ਉਹ ਸਾਰੀਆਂ ਰੂਹਾਂ, ਉਹ ਸਾਰੇ ਬੰਦੇ ਰਲ ਕੇ ਘੜਨਗੇ। ਉੱਥੇ ਸਾਡੇ ਇੰਟੈਲੈਕਚੁਅਲਸ ਦੀ ਸ਼ਮੂਲੀਅਤ ਵੀ ਹੋਊਗੀ। ਰਣਨੀਤੀ ਉਦੋਂ ਤੁਹਾਨੂੰ ਦੱਸਾਂਗੇ ਕੀ ਹੋਊਗਾ।